ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਗੁਰ ਸੁੰਦਰ ਮੋਹਨ ਪਾਏ ਕਰੇ। ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ। ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ। ਗੁਰ ਦੇਖਤ ਮਨ ਸਾਧਾਰਿਆ, ਵੱਡ ਭਾਗੀ ਪ੍ਰਭ ਆਏ ਮਿਲ। ਜਨ ਨਾਨਕ ਖਿਨ ਖਿਨ ਵਾਰਿਆ, ਬਲਿਹਾਰੀ ਗੁਰ ਆਪਣੇ। ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨਾ ਲਾਗੀ ਵਾਰ, ਤੇਰਾ ਅੰਤ ਨਾ ਜਾਈ ਲਖਿਆ। ਅਕਥ ਨਾ ਜਾਈ ਹਰਿ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ। ਤਿਨ ਕਾ ਲੇਖਾ ਨਿਬੜਿਆ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੱਚਾ ਨਾਮ ਧਿਆਏ ਤੂੰ, ਸਭੋ ਵਰਤੈ ਸੱਚ। ਨਾਨਕ ਹੁਕਮੈ ਜੋ ਬੁਝੈ, ਸੋ ਫਲ ਪਾਏ ਸੱਚ। ਸੱਚਾ ਨਾਮ ਧਿਆਏ ਤੂੰ, ਸਭੋ ਵਰਤੈ ਸੱਚ। ਨਾਨਕ ਹੁਕਮੈ ਜੋ ਬੁਝੈ, ਸੋ ਫਲ ਪਾਏ ਸੱਚ। ਪਤਨੀ ਪਤਨੀ ਕਰਤਾ ਫਿਰੈ, ਹੁਕਮ ਨਾ ਬੁਝੈ ਸੱਚ। ਨਾਨਕ ਹਰਿ ਕਾ ਭਾਣਾ ਮੰਨੇ, ਸੋ ਭਗਤ ਹੋਏ। ਬਿਨ ਮੰਨੇ ਅਚਨ ਜਾਚ। ਮਹੱਲਾ ਤੀਜਾ। ਮਨ ਮੁਖ ਬੋਧ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਹੋਏ ਥਾਉ ਥਾਉ ਨਾ ਜਾਣਨੀ, ਉਨ ਅੰਤਰ ਲੋਭ ਵਿਕਾਰ। ਹੋਏ ਆਪਣੇ ਆਪਣੇ ਸਵਾਏ, ਬਹਿ ਗੱਲਾ ਕਰੇ। ਉਹਨਾਂ ਮਾਰੇ ਜਮ ਨਿਤਾਰ। ਹੋਏ ਆਪਣੇ ਸਵਾਏ ਆਏ, ਬਹਿ ਗੱਲਾ ਕਰੇ। ਉਹਨਾਂ ਮਾਰੇ ਜਮ ਜੰਦਾਰ। ਅੱਗੇ ਦਰਗਹਿ ਲੇਖੈ ਮੰਗਿਐ, ਮਾਰ ਖੁਆਰ ਕੀਚਹਿ ਕੂੜਿਆਰ। ਇਹ ਕੂੜੈ ਕੀ ਮਾਲ ਕਿਉ ਉਤਰੈ, ਕੋਈ ਕੱਢਹੁ ਇਹੋ ਵਿਚਾਰ। ਸਤਿਗੁਰ ਮਿਲੈ ਤਾ ਨਾਮ ਨਿਰਹਾਏ, ਸਭ ਕਿਰਤ ਕੱਢਣ ਹਾਰ। ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕੋ ਕਰੋ ਸਭ ਨਮਸਕਾਰ। ਮਲ ਧੂੜੀ ਨਾਮ ਉਤਾਰੀਅਨ, ਜਪ ਨਾਮ ਹੋਆ ਸਚਿਆਰ।
ਗਿਆਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਖੁਦ ਜੀਵਨ ਦਾਤਾ ਨਾਜੇ ਕਿਸ ਆਗ ਸੁਣਾਈਐ ਗੁਰ ਪ੍ਰਸਾਦੀ ਪਾਏ ਕਿਥ ਹੋ ਮੈਂ ਜਾਈਐ ਰਸ ਹਸ ਸਾਦਾ ਬਾਹਰਾ ਸੱਚੀ ਵਡਿਆਈਐ ਜਿਸਨੋ ਬਖਸ਼ੇ ਤਿਸ ਦੇ ਆਪ ਮੈਂ ਮਿਲਾਈਐ ਪਾਟੇ ਅੰਤਰ ਅੰਮ੍ਰਿਤ ਰੱਖਿਓ ਨਾ ਗੁਰਮੁਖ ਕਿਸੈ ਪਿਆਈ ਵਾਹੋ ਵਾਹੋ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਪਾਟੇ ਅੰਤਰ ਅੰਮ੍ਰਿਤ ਰੱਖਿਓ ਨਾ ਗੁਰਮੁਖ ਕਿਸੈ ਪਿਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਪਦਤ ਪਾਵਨ ਭਗਤ ਵਸ਼ਲ ਅੰਤਰਜਾਮੀ 10 ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਜਿੱਥੇ ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦਾ ਨਿਤਨੇਮ ਹੋਇਆ, ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਏ। ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਰਾਮਕਲੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਵਾਰ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ 21 ਪੌੜੀਆਂ ਉਚਾਰਨ ਕੀਤੀਆਂ ਹਨ। ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਸ਼ਲੋਕ ਅੰਕਿਤ ਕੀਤੇ। ਪੌੜੀਆਂ ਸਾਰੀਆਂ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਹਨ। ਸ਼ਲੋਕ ਵੀ ਜ਼ਿਆਦਾਤਰ ਇਸ ਵਾਰ ਦੇ ਅੰਦਰ ਤੀਜੇ ਪਾਤਸ਼ਾਹ ਜੀ ਦੇ ਹੀ ਆ ਰਹੇ ਹਨ ਔਰ ਇਸੇ ਤਰ੍ਹਾਂ ਅੱਗੇ ਜਾ ਕਰਕੇ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੀ ਆਉਣਗੇ। ਵਾਰਾਂ ਦਾ ਇਹ ਨਿਯਮ ਹੁੰਦਾ ਹੈ, ਜਿਸ ਵੇਲੇ ਗਰੀਬ ਨਵਾਜ ਸਤਿਗੁਰੂ ਆਰੰਭ ਦੇ ਵਿੱਚ ਸਿਰਲੇਖ ਦਿੰਦੇ ਹਨ, ਜੋ ਵਾਰ ਦੀ ਆਰੰਭਤਾ ਵੇਲੇ ਮਹੱਲਾ ਹੁੰਦਾ ਹੈ ਉਹਦਾ ਸੰਬੰਧ ਪੌੜੀਆਂ ਦੇ ਨਾਲ ਹੁੰਦਾ। ਜਿਵੇਂ ਇਸ ਰਾਮਕਲੀ ਰਾਗ ਦੀ ਪਹਿਲੀ ਵਾਰ ਦੇ ਆਰੰਭ ਦੇ ਵਿੱਚ ਸ਼ਲੋਕ ਮਹੱਲਾ ਤੀਜਾ ਹੈ, ਤੇ ਉਸ ਦਾ ਭਾਵ ਇਹ ਹੈ ਕਿ ਇਸ ਵਾਰ ਵਿੱਚ ਜਿੰਨੀਆਂ ਪੌੜੀਆਂ ਹਨ ਉਹ ਤੀਜੇ ਪਾਤਸ਼ਾਹ ਜੀ ਦੀਆਂ ਹਨ। ਸ਼ਲੋਕ ਵੱਖ-ਵੱਖ ਮਹੱਲੇ ਦੇ ਹੋ ਸਕਦੇ ਹਨ। ਇਸੇ ਤਰ੍ਹਾਂ ਬਾਕੀ ਵਾਰਾਂ ਦੇ ਵਿੱਚ ਨਿਯਮ ਹੈ। ਤੋ ਸਾਧ ਸੰਗਤ ਜੀ, ਅੱਜ ਇਤਿਹਾਸਕ ਦਿਹਾੜਾ ਵੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ, ਜਿਨ੍ਹਾਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ 1620 ਵਿਕਰਮੀ ਸੰਮਤ ਨੂੰ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਮਾਤਾ ਧੰਨ ਧੰਨ ਬੀਬੀ ਭਾਨੀ ਜੀ, ਤਿੰਨਾਂ ਦੇ ਗ੍ਰਹਿ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ।
16 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ 23 ਹਾੜ ਵਾਲੇ ਦਿਨ ਭਾਈ ਕਾਹਨ ਸਿੰਘ ਨਾਭਾ ਨੇ 1636 ਵਿਕਰਮੀ ਸੰਮਤ ਦੇ 23 ਹਾੜ ਦਾ ਜ਼ਿਕਰ ਕੀਤਾ। ਅੱਜ 23 ਹਾੜ ਹੈ। ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ। ਅੱਜ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਧੰਨ ਮਾਤਾ ਗੰਗਾ ਜੀ, ਤਿੰਨਾਂ ਦਾ ਵਿਆਹ ਪੁਰਬ ਹੈ, ਆਨੰਦ ਕਾਰਜ ਦਾ ਦਿਨ ਹੈ। ਆਪ ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਪੂਜਨੀਕ ਮਾਤਾ ਗੰਗਾ ਜੀ, ਇਹਨਾਂ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਜੋ ਫਲੌਰ ਦੇ ਇਲਾਕੇ ਦੇ ਵਿੱਚ ਮੌ ਸਾਹਿਬ ਨਗਰ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਪਾਵਨੇ ਅਸਥਾਨ ਤੇ ਅੱਜ ਸਤਿਗੁਰੂ ਜੀ ਦਾ ਵਿਆਹ ਪੁਰਬ ਗੁਰੂ ਕੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਔਰ ਮਹਾਰਾਜ ਸਾਹਿਬ ਜੀ ਦੇ ਵਿਆਹ ਦੇ ਮੌਕੇ ਤੇ ਐਸੀ ਘਟਨਾ ਵੀ ਘਟੀ ਸੀ ਕਿ ਪਿੰਡ ਵਾਲਿਆਂ ਨੇ ਇੱਕ ਦਰਖਤ ਤੋਂ ਵੱਢ ਕੇ ਨਾ ਤੇ ਉਹਨੂੰ ਉੱਤੋਂ ਛਾਂਗ ਕੇ ਉਹਨੂੰ ਕਿੱਲੇ ਦੀ ਸ਼ਕਲ ਦੇ ਦਿੱਤੀ ਸੀ। ਜਦੋਂ ਮਹਾਰਾਜ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਗਏ, ਉਹਨਾਂ ਨੇ ਆਖਿਆ ਜੀ ਸਾਡੇ ਪਿੰਡ ਦਾ ਰੀਤੀ ਰਿਵਾਜ ਹੈ ਕਿ ਲਾੜਾ ਘੋੜੇ ਤੇ ਸਵਾਰ ਹੋ ਕਰਕੇ ਤੇ ਹੱਥ ਵਿੱਚ ਵਰਸ਼ਾ ਫੜ ਕੇ ਤੇ ਕਿੱਲਾ ਪੁੱਟੇ, ਫਿਰ ਅਸੀਂ ਲੜਕੀ ਤੋਰਦੇ ਹਾਂ। ਪਰ ਉਹਨਾਂ ਨੇ ਉਹ ਦਰਖਤ ਤੋਂ ਪੂਰਾ ਵੱਢ ਕੇ ਉਹਨੂੰ ਛਾਂਗ ਕੇ ਉਹਦਾ ਕਿੱਲਾ ਬਣਾਇਆ ਸੀ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਹੱਥ ਵਿੱਚ ਵਰਸ਼ਾ ਲੈ ਕੇ ਘੋੜੀ ਤੇ ਸਵਾਰ ਹੋ ਕੇ, ਘੋੜੀ ਲਿਖਿਆ, ਘੋੜੀ ਤੇ ਸਵਾਰ ਹੋ ਕਰਕੇ ਗਰੀਬ ਨਵਾਜ ਸਾਹਿਬ ਨੇ ਘੋੜੀ ਨੂੰ ਭਜਾ ਕਰਕੇ ਤੇ ਜਦੋਂ ਵਰਸ਼ਾ ਮਾਰਿਆ ਤੇ ਉਹ ਕਿੱਲਾ ਪੁੱਟ ਦਿੱਤਾ। ਹੁਣ ਕਿੱਲਾ ਤਾਂ ਨਹੀਂ ਸੀ ਹੈ ਤੇ ਦਰਖਤ ਦਾ ਪੂਰਾ ਪੂਰਾ ਮੁੱਢ ਸੀ ਥੱਲੇ, ਪੂਰੇ ਦਾ ਪੂਰਾ ਮੋਢੇ ਮਹਾਰਾਜ ਨੇ ਪੁੱਟ ਦਿੱਤਾ। ਉਹ ਸਾਰਾ ਮੁੱਢ ਤਾਂ ਕਰ ਦਿੱਤਾ ਸਮੇਤ ਜੜ੍ਹਾਂ ਦੇ, ਤੇ ਨਾਲੇ ਵਚਨ ਵੀ ਕਰ ਦਿੱਤਾ ਲਓ ਜੜ੍ਹਾਂ ਪੁੱਟੀਆਂ ਗਈਆਂ। ਫਿਰ ਕਹਿੰਦੇ ਹਨ ਇਤਿਹਾਸਕਾਰ ਵੀ ਸਾਰੇ ਨਗਰ ਨੇ ਇਕੱਠੇ ਹੋ ਕੇ ਮਾਫੀ ਮੰਗੀ ਕਿ ਮਹਾਰਾਜ ਅਸੀਂ ਸੁਭਾਵਿਕ ਹੀ ਸਾਡੇ ਤੋਂ ਇਹ ਭੁੱਲ ਹੋਈ ਹੈ, ਗਲਤੀ ਹੋਈ ਹੈ ਤੇ ਸਾਨੂੰ ਮਾਫੀ ਦਿੱਤੀ ਜਾਵੇ। ਫਿਰ ਕਹਿੰਦੇ ਉਹ ਨਗਰ ਇੱਕ ਥਾਂ ਤੋਂ ਉੱਜੜ ਕੇ ਦੂਜੇ ਥਾਂ ਤੇ ਵਸਿਆ। ਇੱਕ ਵਾਰੀ ਉਹ ਜੜ੍ਹਾਂ ਪੁੱਟੀਆਂ ਗਈਆਂ, ਪਰ ਫਿਰ ਮਹਾਰਾਜ ਦੀ ਸ਼ਰਨ ਪੈ ਗਏ ਸੀ ਤੇ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਕੋਈ ਨਹੀਂ ਫਿਰ ਲੱਗ ਜਾਣਗੀਆਂ, ਉਹ ਫਿਰ ਲਾ ਦਿੱਤੀਆਂ। ਤੋ ਮਹਾਰਾਜ ਸਾਹਿਬ ਜੀ ਸਰਬ ਕਲਾ ਸਮਰੱਥ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ, ਅੱਜ ਐਸੇ ਸਤਿਗੁਰਾਂ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਦਾ ਦਿਨ ਹੈ। ਸਾਧ ਸੰਗਤ ਜੀ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਜੋ ਲੜੀਵਾਰ ਰੂਪ ਦੇ ਵਿੱਚ ਅੱਜ ਦਾ ਪਵਿੱਤਰ ਉਪਦੇਸ਼ ਮਹਾਰਾਜ ਜੀ ਬਖਸ਼ ਰਹੇ ਹਨ, ਰਾਮ ਕਲੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਇਹ 9ਵੀਂ ਪੌੜੀ ਤੋਂ ਨਾਲ ਸਾਧ ਸੰਗਤ ਜੀ ਮਹਾਰਾਜ ਨੇ ਸ਼ਲੋਕ ਅੰਕਿਤ ਕੀਤੇ ਹਨ। 950 ਅੰਗ ਤੋਂ ਇਹ ਪਾਵਨ ਸ਼ਲੋਕ ਆਰੰਭ ਹੁੰਦੇ ਹਨ ਔਰ ਪੌੜੀ ਦੀ ਇੱਕ ਸੰਪੂਰਨਤਾਈ ਇਹ 9ਵੀਂ ਪੌੜੀ ਦੀ 951 ਅੰਗ ਤੇ ਹੁੰਦੀ ਹੈ। ਜਿਵੇਂ ਗਰੀਬ ਨਵਾਜ ਬਖਸ਼ਿਸ਼ ਕਰਦੇ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਪੰਚਮ ਪਾਤਸ਼ਾਹ ਜੀ ਨੂੰ ਬਚਪਨ ਦੇ ਵਿੱਚ ਹੀ ਵਰਦਾਨ ਦਿੱਤਾ ਸੀ, ਦੋ ਹਿਤਾ ਬਾਣੀ ਕਾ ਬੋ ਹਿਤਾ। ਤੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਸੱਚਾ ਨਾਮ ਧਿਆਏ ਤੂੰ। ਗਰੀਬ ਨਵਾਜ ਕਹਿੰਦੇ ਹੈ ਜੀ, ਪ੍ਰਭੂ ਦਾ ਜੋ ਸੱਚਾ ਨਾਮ ਹੈ ਨਾ, ਉਸ ਸੱਚੇ ਨਾਮ ਨੂੰ ਧਿਆਉਣਾ ਕਰ। ਤੂੰ ਸੱਚੇ ਨਾਮ ਨੂੰ ਧਿਆ। ਪ੍ਰਭੂ ਦਾ ਨਾਮ ਸੱਚਾ ਨਾਮ ਹਰੇਕ ਵਸਤੂ ਦਾ ਹੁੰਦਾ ਹੈ, ਹਰੇਕ ਸਰੀਰ ਦਾ ਹੁੰਦਾ ਹੈ, ਤੇ ਨਾਮ ਇਸ ਕਰਕੇ ਰੱਖਿਆ ਜਾਂਦਾ ਹੈ ਕਿ ਜਾਣ ਪਛਾਣ ਬਣੀ ਰਹੇ।
ਹੁਣ ਜਦੋਂ ਬੱਚੇ ਬੱਚੀ ਦਾ ਜਨਮ ਹੁੰਦਾ ਹੈ ਤੇ ਉਹਦਾ ਨਾਮਕਰਨ ਕੀਤਾ ਜਾਂਦਾ ਹੈ ਨਾ, ਜਨਮ ਸੰਸਕਾਰ ਦੇ ਵਿੱਚ ਨਾਮ ਵੀ ਹੈ, ਤੇ ਉਹ ਇਸ ਕਰਕੇ ਨਾਮ ਰੱਖਿਆ ਜਾਂਦਾ ਹੈ ਕਿ ਜਾਣ ਪਛਾਣ ਵਾਸਤੇ। ਜੇ ਨਾਮ ਹੀ ਨਾ ਕਿਸੇ ਸਰੀਰ ਦਾ ਰੱਖਿਆ ਜਾਵੇ ਫਿਰ ਕੀ ਪਤਾ ਲੱਗੇ ਵੀ ਇਹ ਕੌਣ ਹੈ, ਕਿਹੜਾ ਸਿੰਘ ਹੈ, ਫਿਰ ਪਤਾ ਹੀ ਨਾ ਲੱਗੇ ਕਿਸੇ ਦਾ। ਇਹ ਨਾਮ ਜਿਹੜਾ ਹੈ ਉਹਦੇ ਨਾਲ ਹੀ ਪਤਾ ਲੱਗਦਾ ਹੈ। ਤੇ ਸਾਡੇ ਸੰਸਾਰੀ ਜੀਵਾਂ ਦੇ ਸਰੀਰ ਵੀ ਝੂਠੇ ਆ ਤੇ ਸਾਡੇ ਨਾਮ ਵੀ ਝੂਠੇ ਆ, ਸਾਡੇ ਨਾਮ ਸੱਚੇ ਨਹੀਂ। ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਚ ਆਖਿਆ ਕਿ ਜੀਵ ਜਨਮ ਲੈ ਕੇ ਆਇਆ, ਜਿੰਨੇ ਸਵਾਸ ਪਰਮੇਸ਼ਰ ਨੇ ਦਿੱਤੇ ਉਹਨੇ ਭੋਗੇ, ਜਦੋਂ ਪੂਰੇ ਹੋ ਗਏ ਚਲੇ ਗਿਆ। ਕੁਝ ਸਮੇਂ ਬਾਅਦ ਉਹਦਾ ਨਾਮ ਵੀ ਸਮਾਪਤ ਹੋ ਗਿਆ। ਆਇਆ ਗਿਆ ਮੋਇਆ ਨਾਉ, ਪਿਛੈ ਪੱਤਲ ਸਦਿਓ ਕਾਵ। ਜੀਵ ਚਲੇ ਗਿਆ ਤੇ ਇਹਦਾ ਨਾਮ ਵੀ ਕੁਝ ਸਮੇਂ ਬਾਅਦ ਨਾਲ ਹੀ ਸਮਾਪਤ ਹੋ ਗਿਆ। ਕਿੰਨਾ ਕੁ ਚਿਰ ਬੰਦੇ ਦਾ ਨਾਮ ਰਹਿੰਦਾ ਦੁਨੀਆ ਦੇ ਉੱਤੇ? ਕੋਈ ਦਾਦੇ ਪੜਦਾਦੇ ਪੰਜਵੀਂ ਕੁ ਪੀੜ੍ਹੀ ਤੀਕ ਕੋਈ ਬਹੁਤ ਵਿਰਲਾ ਵਾਂਝਾ ਹੀ ਚੇਤੇ ਰੱਖਦਾ ਵੀ ਮੇਰੇ ਪੜਦਾਦਾ ਜੀ ਦਾ ਕੀ ਨਾਮ ਸੀ। ਨਾਮ ਰਹਿੰਦਾ ਹੈ ਵਾਹਿਗੁਰੂ ਦਾ ਹਮੇਸ਼ਾ, ਨਾਮ ਗੁਰੂ ਸਾਹਿਬ ਦਾ ਤੇ ਨਾਮ ਸਾਧੂਆਂ ਦਾ। ਮਹਾਰਾਜ ਨੇ ਆਖਿਆ ਨਾ ਨਾਵੇਂ ਪਾਤਸ਼ਾਹ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਵੇਖੋ ਭਗਤ ਕਬੀਰ ਸਾਹਿਬ ਜੀ ਦਾ ਨਾਮ, ਭਗਤ ਨਾਮਦੇਵ ਜੀ ਦਾ ਨਾਮ, ਭਗਤ ਸੈਣ ਜੀ ਦਾ ਨਾਮ, ਭਗਤ ਧੰਨਾ ਜੀ ਦਾ ਨਾਮ, ਭਗਤ ਰਵਿਦਾਸ ਜੀ ਦਾ ਨਾਮ। ਉਹਨਾਂ ਨਾਮ ਜਪਿਆ, ਨਾਮ ਨਾਲ ਜੁੜ ਗਏ ਤੇ ਉਹਨਾਂ ਦਾ ਨਾਮ ਸਦਾ ਸਲਾਮਤ ਹੋ ਗਿਆ। ਸਦਾ ਸਲਾਮਤ ਪਰਮੇਸ਼ਰ ਹੈ, ਜਿਹੜਾ ਪਰਮੇਸ਼ਰ ਦਾ ਬਣ ਜਾਂਦਾ ਹੈ ਉਹਦਾ ਵੀ ਨਾਮ ਸਦਾ ਸਲਾਮਤ ਹੋ ਜਾਂਦਾ। ਨਹੀਂ ਤੇ ਇਹ ਸਾਡਾ ਸੰਸਾਰੀ ਜੀਵਾਂ ਦਾ ਨਾਮ ਬਹੁਤਾ ਲੰਮਾ ਸਮਾਂ ਨਹੀਂ ਰਹਿੰਦਾ। ਇਸ ਕਰਕੇ ਗਰੀਬ ਨਵਾਜ ਕਹਿੰਦੇ ਸੱਚਾ ਨਾਮ ਪਰਮੇਸ਼ਰ ਦਾ ਹੈ, ਜਿਸ ਨੂੰ ਆਖਿਆ ਸਤ ਨਾਮ, ਸੱਚਾ ਨਾਮ। ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਤੂੰ ਸੱਚੇ ਨਾਮ ਨੂੰ ਧਿਆਉਣਾ ਕਰ, ਸੱਚਾ ਨਾਮ ਧਿਆਏ ਤੂੰ। ਇਹ ਭਾਈ ਤੂੰ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਧਿਆ। ਸਤੋ ਵਰਤੈ ਸੱਚ। ਤੇ ਜਦੋਂ ਤੂੰ ਸੱਚੇ ਨਾਮ ਨੂੰ ਧਿਆਵੇਂਗਾ ਨਾ ਹਿਰਦੇ ਦੀ ਭਾਵਨਾ ਨਾਲ, ਜੁੜ ਜਾਵੇਂਗਾ ਸੱਚੇ ਨਾਮ ਦੇ ਨਾਲ, ਤੇ ਫਿਰ ਸੱਚੇ ਨਾਮ ਨੇ ਕਲਾ ਵਰਤਾ ਦੇਣੀ ਹੈ। ਫਿਰ ਪ੍ਰਭੂ ਦੇ ਸੱਚੇ ਨਾਮ ਦੀ ਬਹੁਤ ਵੱਡੀ ਸ਼ਕਤੀ ਹੈ, ਬਹੁਤ ਵੱਡੀ ਬਰਕਤ ਹੈ। ਸੱਚੇ ਨਾਮ ਨੇ ਤੇਰੇ ਅੰਦਰ ਕਲਾ ਵਰਤਾਉਣੀ ਹੈ, ਫਿਰ ਤੈਨੂੰ ਇਹ ਦਾਤ ਪ੍ਰਾਪਤ ਹੋਣੀ ਹੈ। ਫਿਰ ਤੂੰ ਵੇਖੇਗਾ ਸਭੋ ਵਰਤੈ ਸੱਚ, ਕਿ ਸਭ ਪਾਸੇ ਸੱਚ ਹੀ ਵਰਤ ਰਿਹਾ, ਸੱਚ ਤੋਂ ਬਿਨਾਂ ਕੁਝ ਵੀ ਨਹੀਂ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸਭੋ ਵਰਤੈ ਸੱਚ, ਕਿ ਸਭ ਪਾਸੇ ਸੱਚਾ ਹੀ ਵਰਤਾਰਾ ਵਰਤ ਰਿਹਾ। ਇਹ ਫਿਰ ਭਗਤ ਨਾਮਦੇਵ ਸਾਹਿਬ ਜੀ ਦੇ ਅੰਦਰ ਇਹ ਕਲਾ ਵਰਤੀ ਨਾਮ ਦੀ, ਤੇ ਉਹਨਾਂ ਨੇ ਕਹਿ ਦਿੱਤਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਾਰੇ ਪਾਸੇ ਗੋਬਿੰਦ ਹੀ ਗੋਬਿੰਦ ਵਰਤ ਰਿਹਾ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਇੱਕ ਸੂਤ ਹੈ ਤੇ ਮਣਕੇ ਜਿਹੜੇ ਆ ਉਹ ਸੈਂਕੜੇ ਹਜ਼ਾਰਾਂ, ਉਹਨਾਂ ਦੇ ਵਿੱਚ ਇੱਕੋ ਹੀ ਸੂਤ ਜਿਹੜਾ ਉਹ ਲੰਘਿਆ ਹੋਇਆ। ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਵਿੱਚ ਵਾਹਿਗੁਰੂ ਦੀ ਇੱਕ ਜੋਤ ਵਰਤ ਰਹੀ ਹੈ। ਮਹਾਰਾਜ ਕਹਿੰਦੇ ਜਦੋਂ ਸੱਚੇ ਨਾਮ ਨੂੰ ਧਿਆਵੇਂਗਾ ਫਿਰ ਤੇਰਾ ਇਹ ਨਿਸ਼ਚਾ ਬਣੇਗਾ, ਫਿਰ ਤੈਨੂੰ ਇਹ ਦ੍ਰਿਸ਼ਟੀ ਮਿਲੇਗੀ ਸਭੋ ਵਰਤੈ ਸੱਚ, ਵੀ ਸਾਰੇ ਪਾਸੇ ਸੱਚ ਹੀ ਵਰਤ ਰਿਹਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਹ ਸੱਚ ਹੀ ਸਾਰੇ ਪਾਸੇ ਵਰਤ ਰਿਹਾ ਹੈ ਅਣਖ ਰੂਪ ਹੋ ਕਰਕੇ। ਨਾਨਕ ਹੁਕਮੈ ਜੋ ਬੁਝੈ। ਗਰੀਬ ਨਵਾਜ
ਮਹਾਰਾਜ ਕਹਿੰਦੇ ਜੋ ਜੀਵ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਹੁਕਮ ਨੂੰ ਬੁੱਝ ਲੈਂਦਾ, ਬੁੱਝਣ ਤੋਂ ਭਾਵ ਸਮਝ ਲੈਂਦਾ ਹੈ, ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਬੁੱਝਦਾ ਹੈ, ਸਮਝਦਾ ਹੈ, ਸੋ ਫਲ ਪਾਏ ਸੱਚ, ਉਹ ਫਲ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਫਲ ਮਿਲ ਜਾਂਦਾ ਹੈ। ਫਲ ਕਿਹੜਾ? ਸੱਚ। ਉਹ ਸੱਚ ਦੀ ਪ੍ਰਾਪਤੀ ਦਾ ਫਲ ਪਾ ਲੈਂਦਾ ਹੈ, ਸੱਚੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ, ਹੁਕਮ ਨੂੰ ਸਮਝ ਲੈਂਦਾ ਹੈ। ਕਿਉਂਕਿ ਜਦੋਂ ਹੁਕਮ ਨੂੰ ਬੁੱਝਦਾ ਮਾਰੇ ਕਹਿੰਦੇ ਫਿਰ ਹਉਮੈ ਟੁੱਟਦੀ ਹੈ, ਫਿਰ ਹਉਮੈ ਨੂੰ ਛੱਡਦਾ ਹੈ। ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ ਉਹਨਾਂ ਚਿਰ ਹਉਮੈ ਦੇ ਵਿੱਚ ਰਹਿੰਦਾ ਹੈ, ਤੇ ਹਉਮੈ ਵਿੱਚ ਜਿੰਨਾ ਚਿਰ ਹੈ ਉਹਨਾਂ ਚਿਰ ਫਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਜਦੋਂ ਹੁਕਮ ਨੂੰ ਬੁੱਝ ਲੈਂਦਾ ਹੈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਫਿਰ ਕੋਈ ਹਉਮੈ ਦੇ ਵਾਕ ਨਹੀਂ ਕਹਿੰਦਾ, ਹਉਮੈ ਦੇ ਬੋਲ ਨਹੀਂ ਕਹਿੰਦਾ। ਜਦੋਂ ਹੁਕਮ ਨੂੰ ਬੁੱਝਦਾ ਫਿਰ ਸਮਝ ਪੈਂਦੀ ਹੈ ਵੀ ਇੱਥੇ ਤੇ ਸਾਰੀ ਖੇਡ ਹੀ ਹੁਕਮ ਦੀ ਹੈ। ਹੁਕਮ ਦੇ ਵਿੱਚ ਹੀ ਜਨਮ ਹੈ, ਹੁਕਮ ਦੇ ਵਿੱਚ ਹੀ ਮਰਨ ਹੈ, ਅਸਲ ਵਿੱਚ ਜੀਵਨ ਵੀ ਹੁਕਮ ਦੇ ਵਿੱਚ ਹੀ ਹੈ। ਇਹ ਵਿੱਚ ਵਿਚਾਲੇ ਥੋੜੀ ਜਿਹੀ ਖੁੱਲ੍ਹ ਦਿੱਤੀ ਹੈ ਪਰਮੇਸ਼ਰ ਨੇ, ਥੋੜੀ ਜਿਹੀ ਖੁੱਲ੍ਹ ਹੈ ਜੀ ਵਾਹਿਗੁਰੂ ਦੇ ਅਧੀਨ ਹੀ, ਉਹਦੇ ਹੁਕਮ ਦੇ ਵਿੱਚ ਹੀ, ਪਰ ਥੋੜਾ ਜਿਹਾ ਇਹਨੂੰ ਸੁਤੰਤਰ ਛੱਡਿਆ। ਹੁਣ ਜਨਮ ਇਹਦੀ ਮਰਜ਼ੀ ਨਾਲ ਨਹੀਂ ਹੁੰਦਾ, ਮਰਨ ਇਹਦੀ ਮਰਜ਼ੀ ਨਾਲ ਨਹੀਂ ਹੁੰਦਾ। ਵਿੱਚ ਵਿਚਾਲੇ ਜੀਵਨ ਵਿੱਚ ਪਰਮੇਸ਼ਰ ਨੇ ਆਖਿਆ ਵੀ ਥੋੜੀ ਜਿਹੀ ਤੂੰ ਆਪਣੀ ਮਰਜ਼ੀ ਕਰ ਸਕਦਾ। ਉਦੋਂ ਵੀ ਸਮਝ ਦਿੱਤੀ ਹੈ ਵੀ ਗੁਰੂ ਕੀ ਸ਼ਰਨ ਵਿੱਚ ਆ ਕੇ ਗੁਰੂ ਕੀ ਸਿੱਖਿਆ ਲੈ ਕੇ ਅੰਮ੍ਰਿਤ ਛਕ ਨਾਮ ਜਪ, ਤੇ ਖੁੱਲ੍ਹ ਦਿੱਤੀ ਹੈ ਕਿ ਤੂੰ ਇੱਧਰ ਨੂੰ ਵੀ ਆ ਸਕਦਾ, ਸਤ ਸੰਗਤ ਵੱਲ ਨੂੰ ਵੀ, ਤੇ ਤੇਰੀ ਮਰਜ਼ੀ ਹੁਣ ਤੂੰ ਕਿੱਧਰ ਨੂੰ ਜਾਣਾ ਵਾ, ਸਮਝ ਤੈਨੂੰ ਦੇ ਦਿੱਤੀ। ਹੁਣ ਇਹਦੀ ਮਰਜ਼ੀ ਆ ਨਾ, ਭਾਵੇਂ ਸਤ ਸੰਗਤ ਵੱਲ ਨੂੰ ਆਵੇ ਤੇ ਭਾਵੇਂ ਕੁਸੰਗ ਵੱਲ ਨੂੰ ਜਾਵੇ, ਜਿੱਧਰ ਦਾ ਇਹਦਾ ਜੀ ਕਰਦਾ। ਭਾਵੇਂ ਅੰਮ੍ਰਿਤ ਦੇ ਸੋਮੇ ਵੱਲ ਨੂੰ ਆਵੇ, ਅੰਮ੍ਰਿਤ ਛਕੇ, ਤੇ ਭਾਵੇਂ ਹੋਰ ਪਾਸੇ ਜ਼ਹਿਰ ਵੱਲ ਨੂੰ ਚਲੇ ਜਾਵੇ, ਨਸ਼ਿਆਂ ਵੱਲ ਨੂੰ ਚਲੇ ਜਾਵੇ। ਵਿੱਚ ਵਿਚਾਲੇ ਇਹਨੂੰ ਖੁੱਲ੍ਹ ਦਿੱਤੀ ਆ ਪਰਮੇਸ਼ਰ ਨੇ, ਪਰ ਨਾਲ ਸਮਝ ਵੀ ਦਿੰਦੇ ਆ ਵੀ ਹੁਣ ਤੂੰ ਆਪਣਾ ਕਾਰਜ ਕੋਈ ਤੈਨੂੰ ਆਪ ਵੀ ਸਵਾਰਨਾ ਪੈਣਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੋ ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਆ ਹੁਕਮ ਨੂੰ ਇਹਨੇ ਬੁੱਝਣਾ ਹੈ, ਵਿੱਚ ਸਮਝਣਾ ਹੈ ਵੀ ਹੁਕਮ ਦਾ ਕਿੱਡਾ ਵੱਡਾ ਵਰਤਾਰਾ ਵਰਤ ਰਿਹਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਤੋ ਇਹ ਐਸੀ ਹੁਕਮ ਦੀ ਖੇਡ ਰਚੀ ਹੋਈ ਹੈ ਪਰਮੇਸ਼ਰ ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਉਹ ਸੱਚ ਦੀ ਪ੍ਰਾਪਤੀ ਰੂਪੀ, ਸੱਚੇ ਨਾਮ ਦੀ ਫਲ ਦੀ ਪ੍ਰਾਪਤੀ ਰੂਪੀ, ਸੱਚੇ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰਾਪਤੀ ਰੂਪੀ ਫਲ ਪਾ ਲੈਂਦਾ ਹੈ। ਕਥਨੀ ਬਦਨੀ ਕਰਤਾ ਫਿਰੈ। ਤੇ ਜਿਹੜਾ ਸਿਰਫ ਕਥਨੀ ਨਾਮ ਹੈ ਕਥਾ ਦਾ, ਤੇ ਬਦਨੀ ਨਾਮ ਹੈ ਕਵੀਸ਼ਰੀ ਦਾ। ਮਹਾਰਾਜ ਕਹਿੰਦੇ ਵੀ ਕਥਾ ਹੀ ਕਰਦਾ ਫਿਰਦਾ, ਹੁਕਮ ਨਹੀਂ ਬੁੱਝਦਾ, ਸਿਰਫ ਕਥਾ ਕਰਕੇ ਹੀ ਪੱਲਾ ਝਾੜ ਕੇ ਚਲੇ ਜਾਂਦਾ। ਕਥਾ ਕਰਕੇ ਨਾ ਤੇ ਗੁਰੂ ਸਾਹਿਬ ਜੀ ਦਾ ਹੁਕਮ ਦੂਜਿਆਂ ਨੂੰ ਸੁਣਾ ਕੇ ਤੇ ਚਲੇ ਜਾਂਦਾ, ਆਪ ਬੁੱਝਦਾ ਹੀ ਨਹੀਂ ਹੁਕਮ ਨੂੰ, ਆਪ ਸਮਝਦਾ ਹੀ ਨਹੀਂ। ਤੇ ਬਦਨੀ ਕਵੀਸ਼ਰੀ ਕਰਕੇ ਤੇ ਬਸ ਤੁਰਦਾ ਬਣਦਾ ਹੈ, ਹੁਕਮ ਨਹੀਂ ਬੁੱਝਦਾ। ਕਥਨੀ ਬਦਨੀ ਕਰਤਾ ਫਿਰੈ, ਕਰਦਾ ਫਿਰਦਾ ਹੈ ਕਥਨੀ ਬਦਨੀ। ਬਦਨੀ ਨਾਮ ਮੁਖ ਦਾ ਵੀ ਹੁੰਦਾ ਹੈ, ਬਦਨ ਦਾ ਵੀ ਮੁਖ ਤੋਂ ਸਿਰਫ ਬੋਲਣ ਰੂਪੀ, ਇਹ ਕਥਨ ਕਰ ਰੂਪੀ ਹੀ ਕਰਦਾ ਫਿਰਦਾ। ਕਥਨੀ ਕਥਾ ਕਰੀ ਜਾਂਦਾ ਹੈ ਤੇ ਬਦਨੀ ਕਵੀਸ਼ਰੀ ਕਰਦਾ ਫਿਰਦਾ ਹੈ। ਹੁਕਮ ਨਾ ਬੁੱਝੈ ਸੱਚ। ਤੇ ਜੋ ਸੱਚਾ ਹੁਕਮ ਹੈ ਨਾ, ਉਸ ਹੁਕਮ ਨੂੰ ਨਹੀਂ ਬੁੱਝਦਾ ਹੈ, ਗੁਰੂ ਸਾਹਿਬ ਦੇ ਹੁਕਮ ਨੂੰ ਨਹੀਂ ਬੁੱਝਦਾ ਹੈ। ਹੁਕਮ ਨੂੰ ਬੁੱਝ ਕੇ ਸੱਚ ਨਾਲ ਨਹੀਂ ਜੁੜਦਾ ਹੈ, ਸੱਚੇ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ ਹੈ, ਪ੍ਰਭੂ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕਰਦਾ, ਉਹ ਸੱਚ ਦੀ ਆਰਾਧਨਾ ਨਹੀਂ ਕਰਦਾ ਹੈ। ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤ ਹੋਏ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜੋ ਹਰੀ ਦਾ ਭਾਣਾ ਮੰਨੇਗਾ ਨਾ, ਜੋ ਭਾਣੇ ਨੂੰ ਮੰਨਦਾ ਹੈ,
ਸੋ ਭਗਤ ਹੋਏ, ਉਹ ਫਿਰ ਭਗਤ ਹੁੰਦਾ ਹੈ। ਜਿਹੜਾ ਪਰਮੇਸ਼ਰ ਦੇ ਹੁਕਮ ਨੂੰ ਮੰਨਦਾ ਹੈ, ਹੁਕਮ ਕਹਿ ਲਈਏ, ਭਾਣਾ ਕਹਿ ਲਈਏ, ਇੱਕੋ ਹੀ ਗੱਲ ਹੈ ਸਾਧ ਸੰਗਤ। ਜਿਵੇਂ ਗਰੀਬ ਨਵਾਜ ਕਹਿੰਦੇ ਨਾ, ਜੰਮਣ ਮਰਨਾ ਹੁਕਮ ਹੈ, ਇੱਥੋਂ ਤੁਸੀਂ ਹੁਕਮ ਅੱਖਰ ਵਰਤਿਆ। ਅੱਗੇ ਕਹਿੰਦੇ ਭਾਣੇ ਆਵੇ ਜਾਏ, ਇੱਕੇ ਪੰਕਤੀ ਵਿੱਚ ਹੁਕਮ ਵੀ ਕਹਿ ਦਿੱਤਾ, ਭਾਣਾ ਵੀ ਕਹਿ ਦਿੱਤਾ। ਇਸ ਕਰਕੇ ਵੀ ਹੁਕਮ ਦਾ ਅਰਥ ਭਾਣਾ ਹੈ ਤੇ ਭਾਣੇ ਦਾ ਅਰਥ ਹੁਕਮ ਹੈ। ਉਂਝ ਜੀਵ ਭਾਣਾ ਜਿਹੜਾ ਇਹਨੂੰ ਮੌਤ ਨਾਲ ਹੀ ਜੋੜਦਾ ਜ਼ਿਆਦਾਤਰ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਸਵਾਸ ਪੂਰੇ ਕਰ ਜਾਂਦਾ, ਫਿਰ ਜੀਵ ਕਹਿੰਦਾ ਵੀ ਭਾਣਾ ਵਰਤ ਗਿਆ, ਭਾਣਾ ਹੋਇਆ। ਜਦੋਂ ਕੋਈ ਪੈਦਾ ਹੋਵੇ ਉਦੋਂ ਨਹੀਂ ਕੋਈ ਵੀ ਕਹਿੰਦਾ ਵੀ ਹੁਣ ਵੀ ਭਾਣਾ ਹੋਇਆ। ਪਰ ਮਹਾਰਾਜ ਕਹਿੰਦੇ ਵੀ ਭਾਣੇ ਤੋਂ ਬਿਨਾਂ ਤੇ ਕੁਝ ਵੀ ਨਹੀਂ। ਭਾਣੇ ਆਵੇ ਜਾਏ, ਆਉਂਦਾ ਵੀ ਭਾਣੇ ਦੇ ਰਾਹੀਂ ਹੈ, ਜਾਂਦਾ ਵੀ ਭਾਣੇ ਦੇ ਰਾਹੀਂ। ਜਨਮ ਵੀ ਭਾਣੇ ਵਿੱਚ ਹੀ ਆ, ਵਿਆਹ ਵੀ ਭਾਣੇ ਵਿੱਚ ਹੀ ਆ, ਖੁਸ਼ੀ ਵੀ ਭਾਣੇ ਵਿੱਚ ਆ, ਗਮੀ ਵੀ ਭਾਣੇ ਵਿੱਚ ਆ, ਜਨਮ ਵੀ ਭਾਣੇ ਵਿੱਚ ਆ, ਮਰਨ ਵੀ ਭਾਣੇ ਵਿੱਚ ਹੀ ਆ। ਕਿ ਭਾਣਾ ਇਕੱਲਾ ਮਰਨ ਨਾਲ ਤੇ ਨਹੀਂ ਜੋੜਿਆ ਜਾ ਸਕਦਾ। ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ। ਜਿਹੜਾ ਹਰੀ ਪਰਮੇਸ਼ਰ ਦੇ ਭਾਣੇ ਨੂੰ ਮੰਨੇਗਾ, ਹੁਕਮ ਨੂੰ ਮੰਨੇਗਾ, ਉਹ ਹੀ ਭਗਤ ਹੋ ਸਕਦਾ ਹੈ। ਉਹ ਪਰਮੇਸ਼ਰ ਦੀ ਪ੍ਰੇਮ ਨਾਲ ਭਗਤੀ ਕਰਨ ਵਾਲਾ ਭਗਤ ਹੈ। ਜਿਹੜਾ ਮੰਨਣ ਤੋਂ ਬਿਨਾਂ ਹੈ, ਵਿਣ ਮੰਨੇ, ਜਿਹੜਾ ਨਹੀਂ ਮੰਨਦਾ ਹੈ ਵਾਹਿਗੁਰੂ ਦੇ ਹੁਕਮ ਨੂੰ, ਪ੍ਰਭੂ ਦੇ ਭਾਣੇ ਨੂੰ, ਮਹਾਰਾਜ ਕਹਿੰਦੇ ਉਹ ਤਾਂ ਕੱਚਿਆਂ ਤੋਂ ਵੀ ਕੱਚਾ ਹੈ, ਉਹ ਕੱਚ ਤੋਂ ਵੀ ਕੱਚਾ ਹੈ, ਉਹ ਕਚਿਆਈ ਵਾਲਾ ਹੈ। ਕੱਚੇ ਵਿਕਾਰਾਂ ਵਿੱਚ ਲੱਗ ਕਰਕੇ ਉਹ ਕਚਿਆਈ ਵਾਲਾ ਹੋ ਰਿਹਾ ਹੈ। ਮਹੱਲਾ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਮਨ ਮੁਖ ਬੋਲ ਨਾ ਜਾਣਨੀ। ਗਰੀਬ ਨਵਾਜ ਕਹਿੰਦੇ ਜੋ ਮਨ ਮਰਜ਼ੀ ਕਰਨ ਵਾਲੇ ਲੋਕ ਹਨ, ਜੋ ਮਨ ਦੀ ਮਰਜ਼ੀ ਕਰਦੇ ਆ, ਮਨ ਪਸੰਦੀ ਕਰਦੇ ਆ, ਕਿ ਜੋ ਸਾਡੇ ਮਨ ਨੂੰ ਪਸੰਦ ਹੈ ਉਹ ਕਰਾਂਗੇ, ਜੋ ਸਾਡਾ ਮਨ ਚਾਹੁੰਦਾ ਹੈ ਉਹ ਬੋਲਾਂਗੇ, ਜੋ ਮਨ ਕਹਿੰਦਾ ਹੈ ਉਹ ਕਰਾਂਗੇ। ਮਹਾਰਾਜ ਕਹਿੰਦੇ ਫਿਰ ਐਸਾ ਮਨਮੁਖ ਹੈ। ਜੋ ਮਨਮੁਖ ਜੀਵ ਹੈ ਬੋਲ ਨਾ ਜਾਣਨੀ, ਉਹ ਪਰਮੇਸ਼ਰ ਦੇ ਜਸ ਨੂੰ ਬੋਲਣਾ ਨਹੀਂ ਜਾਣਦੇ, ਵਾਹਿਗੁਰੂ ਜੀ ਦੇ ਨਾਮ ਨੂੰ ਬੋਲਣਾ ਨਹੀਂ ਜਾਣਦੇ ਮਨਮੁਖ। ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਕਿਉਂ ਨਹੀਂ ਮਨਮੁਖ ਵਾਹਿਗੁਰੂ ਦੇ ਜਸ ਨੂੰ ਬੋਲਣਾ ਜਾਣਦੇ? ਕਿਉਂਕਿ ਉਹਨਾਂ ਦੇ ਅੰਦਰ ਕਾਮ ਦੇ ਫੁਰਨੇ ਚੱਲਦੇ ਰਹਿੰਦੇ, ਉਹਨਾਂ ਦੇ ਅੰਦਰ ਕ੍ਰੋਧ ਭਰਿਆ ਰਹਿੰਦਾ, ਉਹਨਾਂ ਦੇ ਅੰਦਰ ਅਹੰਕਾਰ ਭਰਿਆ ਰਹਿੰਦਾ ਹੈ। ਮਨਮੁਖ ਕਾਮ ਕ੍ਰੋਧ ਹੰਕਾਰ ਦੇ ਨਾਲ ਭਰੇ ਹੋਏ ਹਨ। ਓਏ ਥਾਓ ਉਥਾਓ ਨਾ ਜਾਣਨੀ। ਉਹ ਜਿਹੜੇ ਮਨਮੁਖ ਹਨ ਉਹ ਥਾਂ ਨੂੰ ਤੇ ਕੁਥਾਂ ਨੂੰ, ਕੁਝ ਹੀ ਥਾਂ ਨੂੰ ਨਹੀਂ ਜਾਣਦੇ। ਉਹ ਪੁੰਨ ਅਤੇ ਪਾਪ ਨੂੰ ਨਹੀਂ ਜਾਣਦੇ, ਉਹ ਥਾਂ ਭਲੇ ਨੂੰ ਤੇ ਕੁਥਾਂ ਬੁਰੇ ਨੂੰ ਨਹੀਂ ਜਾਣਦੇ, ਉਹ ਥਾਂ ਚੰਗੇ ਨੂੰ ਤੇ ਕੁਥਾਂ ਬੁਰੇ ਨੂੰ ਨਹੀਂ ਜਾਣਦੇ, ਉਹ ਥਾਂ ਸਤ ਸੰਗਤ ਨੂੰ ਤੇ ਕੁਥਾਂ ਕੁਸੰਗਤ ਨੂੰ ਨਹੀਂ ਜਾਣਦੇ। ਉਹਨਾਂ ਅੰਤਰ ਲੋਭ ਵਿਕਾਰ। ਉਨ ਅੰਤਰ ਲੋਭ ਵਿਕਾਰ। ਹਾਂ, ਉਨ ਅੰਤਰ, ਉਹਨਾਂ ਦੇ ਅੰਦਰ, ਮਨਮੁਖਾਂ ਦੇ ਅੰਦਰ ਲੋਭ ਹੈ ਪਦਾਰਥਾਂ ਨੂੰ ਜੋੜਨ ਦਾ, ਤੇ ਵਿਕਾਰ ਹੈ ਵਿਸ਼ਿਆਂ ਨੂੰ ਭੋਗਣ ਦਾ। ਵਿਕਾਰ ਦੇ ਵਿੱਚ, ਲੋਭ ਰੂਪੀ ਵਿਕਾਰ ਦੇ ਵਿੱਚ ਉਹ ਜਿਉਂਦੇ ਹਨ। ਇਸ ਕਰਕੇ ਉਹ ਸਤ ਸੰਗਤ ਦੀ ਮਹਿਮਾ ਨੂੰ ਨਹੀਂ ਜਾਣਦੇ ਤੇ ਕੁਸੰਗਤ ਦੇ ਨਿਊਨਤਾ ਪੁਣੇ ਨੂੰ ਨਹੀਂ ਜਾਣਦੇ ਹਨ। ਓਏ ਆਪਣੇ ਸੁਆਏ ਆਏ ਬਹਿ ਗੱਲਾਂ ਕਰਹਿ। ਮਹਾਰਾਜ ਕਹਿੰਦੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੀ ਉਹ ਜਿਹੜੇ ਮਨਮੁਖ ਹਨ, ਜੇ ਸਤ ਸੰਗਤ ਵਿੱਚ ਆ ਵੀ ਜਾਣ, ਆਪਣੇ ਸੁਆਏ, ਉਹ ਆਪਣੇ ਸਵਾਰਥ ਵਾਸਤੇ ਹੀ ਆਉਂਦੇ, ਆਪਣੇ ਪ੍ਰਯੋਜਨ ਵਾਸਤੇ, ਆਪਣੇ ਮਤਲਬ ਵਾਸਤੇ ਆਉਂਦੇ, ਨਾਮ ਦੀ ਪ੍ਰਾਪਤੀ ਵਾਸਤੇ ਨਹੀਂ ਆਉਂਦੇ, ਸੇਵਾ ਸਿਮਰਨ ਦੀ ਪ੍ਰਾਪਤੀ ਵਾਸਤੇ ਨਹੀਂ ਆਉਂਦੇ, ਆਪਣੇ ਸਵਾਰਥ ਦੇ ਵਾਸਤੇ ਆ ਕੇ ਬਹਿੰਦੇ। ਤੇ ਜੇ ਆ ਕੇ ਬਹਿ ਵੀ ਜਾਣ ਮਹਾਰਾਜ ਕਹਿੰਦੇ ਸੰਗਤ ਦੇ ਵਿੱਚ, ਫਿਰ ਗੱਲਾਂ ਕਰਨ ਲੱਗ ਪੈਂਦੇ।
ਫਿਰ ਵੀ ਗੁਰੂ ਦੀ ਗੱਲ ਨਹੀਂ ਸੁਣਦੇ। ਜੇ ਕਿਤੇ ਭਾਗਾਂ ਦੇ ਨਾਲ ਕੋਈ ਭਾਗ ਜਾਗ ਪਿਆ ਤੇ ਗੁਰੂ ਕੇ ਦਰਬਾਰ ਵਿੱਚ ਲੈ ਆਇਆ ਤੇ ਆ ਕੇ ਫਿਰ ਗੁਰੂ ਦੀ ਗੱਲ ਸੁਣਨੀ ਨਹੀਂ, ਫਿਰ ਆਪਣੀਆਂ ਗੱਲਾਂ ਬਹਿ ਕੇ ਕਰਨ ਲੱਗ ਪੈਂਦੇ ਵੀ ਘਰੇ ਨਹੀਂ ਕੀਤੀਆਂ ਗਈਆਂ, ਚੱਲ ਇੱਥੇ ਕਰ ਲਈਏ। ਉਹ ਇਹ ਆਪਣੇ ਸਵਾਏ, ਪਹਿਲੀ ਤੇ ਗੱਲ ਵੀ ਉਹ ਆਪਣੇ ਸਵਾਰਥ ਨਾਲ ਆਉਂਦੇ ਆ ਕੇ ਜੇ ਬਹਿ ਜਾਣ ਸੰਗਤ ਦੇ ਵਿੱਚ ਤੇ ਮਹਾਰਾਜ ਕਹਿੰਦੇ ਗੱਲਾਂ ਕਰ, ਫਿਰ ਗੱਲਾਂ ਕਰਨ ਲੱਗ ਪੈਂਦੇ ਹਨ। ਦਸਮ ਪਾਤਸ਼ਾਹ ਜੀ ਦਾ ਸਿੱਖ ਹੋਇਆ ਭਾਈ ਸੁਥਰਾ, ਉਹ ਹੈ ਸੀ ਬ੍ਰਹਮ ਗਿਆਨੀ ਮਹਾਂਪੁਰਖ, ਬ੍ਰਹਮ ਗਿਆਨੀ, ਤੇ ਕੌਤਕ ਕਰਦਾ ਹੁੰਦਾ ਸੀ ਉਹ ਸਿੱਧੇ ਸਾਧੇ, ਜਿਵੇਂ ਸਿੱਧਾ ਜਿਹਾ ਬੰਦਾ ਜਿਹਨੂੰ ਕੋਈ ਸਮਝ ਨਹੀਂ ਇਸ ਤਰ੍ਹਾਂ ਦੇ ਗੱਲਾਂ ਕਰ ਦੇਣੀਆਂ ਉਹਨੇ। ਉਸ ਕੌਤਕ ਵਿੱਚੋਂ ਵੀ ਉਹ ਕਟਾਕਸ਼ ਦੇ ਨਾਲ ਦੂਜਿਆਂ ਨੂੰ ਸਿੱਖਿਆ ਦਿੰਦਾ ਹੁੰਦਾ ਸੀ ਵੀ ਕੋਈ ਨਾ ਕੋਈ ਉਲਟ ਕਾਰਜ ਕਰਨਾ ਜਿਹਦੇ ਕਰਕੇ ਬਾਕੀਆਂ ਦਾ ਫਿਰ ਉਹਦੇ ਉੱਤੇ ਧਿਆਨ ਜਾਣਾ, ਤੇ ਉਹਨੇ ਫਿਰ ਸਾਰਿਆਂ ਨੂੰ ਸਮਝਾਉਣਾ ਉਸ ਤਰੀਕੇ ਦੇ। ਆਨੰਦਪੁਰ ਸਾਹਿਬ ਦੀਵਾਨ ਸਜਿਆ ਹੋਇਆ ਮਹਾਰਾਜ ਸਾਹਿਬ ਜੀ ਦਾ, ਸਾਰੇ ਗੁਰੂ ਸਾਹਿਬ ਜੀ ਵੱਲ ਨੂੰ, ਇੱਧਰ ਨੂੰ ਜਿੱਧਰ ਕੀਰਤਨ ਹੋ ਰਿਹਾ, ਗੁਰਬਾਣੀ ਦੀ ਕਥਾ ਹੋ ਰਹੀ, ਇੱਧਰ ਨੂੰ ਚਿਹਰੇ ਕਰਕੇ ਬੈਠੇ ਆ। ਉਹ ਆਇਆ, ਉਹਨੇ ਨਮਸਕਾਰ ਕੀਤੀ ਤੇ ਉਹ ਉਧਰ ਨੂੰ, ਜਿੱਧਰੋਂ ਸੰਗਤ ਆ ਰਹੀ ਹੈ ਨਾ, ਉਧਰ ਨੂੰ ਮੂੰਹ ਕਰਕੇ ਤੇ ਇੱਧਰ ਨੂੰ ਪਿੱਠ ਕਰਕੇ ਬਹਿ ਗਿਆ। ਹੁਣ ਜਿਵੇਂ ਦਰਬਾਰ ਸਜਿਆ, ਮਹਾਰਾਜ ਦਾ ਪ੍ਰਕਾਸ਼ ਇੱਧਰ ਵਾ, ਤੇ ਕੋਈ ਮੱਥਾ ਟੇਕ ਕੇ ਤੇ ਪਰਾਂ ਨੂੰ ਮੂੰਹ ਕਰਕੇ ਬਹਿ ਜਾਵੇ ਤੇ ਕਿਵੇਂ ਹੈਰਾਨੀ ਵਾਲੀ ਗੱਲ ਲੱਗਣੀ ਕਿ ਸਾਰੀ ਸੰਗਤ ਇੱਧਰ ਨੂੰ ਚਿਹਰਾ ਕਰਕੇ ਬੈਠੀ ਹੈ ਤੇ ਇਹ ਹੁਣ ਮੂੰਹ ਕਰਕੇ ਬਹਿ ਗਿਆ। ਉਹਨੇ ਪਿੱਠ ਕਰ ਲਈ ਅਗਲੇ ਪਾਸੇ ਬਹਿ ਕੇ, ਉਧਰ ਨੂੰ ਪਰਾਂ ਨੂੰ ਮੂੰਹ ਕਰ ਲਿਆ, ਤੇ ਸਿੰਘਾਂ ਨੇ ਉਹਦੀ ਸ਼ਿਕਾਇਤ ਲਾਈ ਦਸਮ ਪਾਤਸ਼ਾਹ ਦੇ ਕੋਲੇ ਵੀ ਮਹਾਰਾਜ ਅੱਜ ਦੀਵਾਨ ਦੇ ਵਿੱਚ ਇਹਨੇ ਆਹ ਕੀਤਾ। ਸੁਥਰੇ ਨੇ ਕਹਿੰਦੇ ਕੀ ਕੀਤਾ? ਕਹਿੰਦੇ ਮਹਾਰਾਜ ਉਧਰ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਤੇ ਇਹ ਨਮਸਕਾਰ ਕਰਕੇ ਆ ਕੇ ਸੰਗਤ ਵਿੱਚ ਤੇ ਪਿੱਠ ਕਰਕੇ ਬਹਿ ਗਿਆ, ਉਧਰ ਨੂੰ ਬੁਲਾ ਲਿਆ। ਕਹਿਣ ਲੱਗਾ ਮਹਾਰਾਜ ਵੀ ਇਹ ਤਾਂ ਤਕੜੇ ਹੀ ਆ ਸਿੱਖ ਸਾਰੇ, ਗੁਰਬਾਣੀ ਇੰਨੀਆਂ ਝਿੜਕਾਂ ਮਾਰਦੀ, ਇੰਨੀਆਂ ਚਪੇੜਾਂ ਮਾਰਦੀ ਆ, ਮੇਰੇ ਤੋਂ ਤੇ ਮੂੰਹ ਤੇ ਖਾਧੀਆਂ ਨਹੀਂ ਜਾਂਦੀਆਂ। ਮੈਂ ਕਿਹਾ ਪਿੱਠ ਕਰਕੇ ਬਹਿ ਜਾਈਏ, ਚੱਲ ਲੱਕ 'ਚ ਵੱਜੀ ਜਾਣ, ਪਿੱਠ ਤੇ ਵੱਜੀ ਜਾਣ। ਮਹਾਰਾਜ ਇਹ ਸਿੱਖ ਜਿਹੜੇ ਆ ਮੂੰਹ ਤੇ ਖਾਈ ਵੀ ਜਾਂਦੇ, ਫਿਰ ਵੀ ਮੂੰਹ ਗਾਂਹ ਕਰ ਕਰਕੇ ਬਹਿੰਦੇ। ਉਹਦੇ ਸਮਝਾਉਣ ਦਾ ਤਰੀਕਾ ਕਿ ਗੁਰਬਾਣੀ ਕਿੰਨੀ ਸਾਨੂੰ ਝਿੜਕਾਂ ਮਾਰਦੀ, ਆਪਾਂ ਫੇਰ ਨਹੀਂ ਸਮਝਦੇ। ਪ੍ਰੇਮ ਨਾਲ ਵੀ ਸਮਝਾਉਂਦੀ ਹੈ, ਤਾੜਨਾ ਕਰਕੇ ਵੀ ਸਮਝਾਉਂਦੀ ਹੈ। ਇਸੇ ਤਰ੍ਹਾਂ ਦੀਵਾਨ ਸਜਿਆ ਹੋਇਆ ਤੇ ਪਿੱਛੇ ਸਿੱਖ ਗੱਲਾਂ ਕਰੀ ਜਾਣ। ਸੁਥਰੇ ਨੇ ਰੋਕਿਆ 2-4 ਵਾਰੀ ਕਿ ਭਾਈ ਅੱਗੇ ਵੇਖੋ ਗੁਰਬਾਣੀ ਦਾ ਪ੍ਰਵਾਹ ਚੱਲਣ ਡਿਆ ਵਾ, ਜੇ ਤੇ ਆ ਹੀ ਗਏ ਜੇ ਸੰਗਤ ਵਿੱਚ ਫਿਰ ਚੁੱਪ ਕਰਕੇ ਬੈਠੋ, ਗੁਰਬਾਣੀ ਸੁਣੋ। ਉਹ ਕਹਿੰਦੇ ਤੂੰ ਆਪਣਾ ਕੰਮ ਕਰ, ਸਾਨੂੰ ਕਰਨ ਦੇ ਗੱਲਾਂ। ਉਹ ਗੱਲਾਂ ਕਰੀ ਗਏ। ਕਈਆਂ ਦਾ ਸੁਭਾਅ ਹੁੰਦਾ ਨਹੀਂ ਕਿਸੇ ਦੇ ਆਖਿਆਂ ਵੀ ਰੁਕਦੇ। ਫਿਰ ਉਹਨੇ ਕੀ ਕੀਤਾ ਵੀ ਗਾਲ ਕੱਢ ਦਿੱਤੀ। ਸੁਥਰੇ ਨੇ ਗਾਲ ਕੱਢ ਕੇ ਤੇ ਭੱਜ ਗਿਆ ਉਹਨੂੰ। ਉਹਦੇ ਮਗਰ ਲੱਗ ਗਏ ਵੀ ਖਲੋ ਜਾ, ਤੈਨੂੰ ਦੱਸਦੇ ਪਤਾ ਤੂੰ ਕੌਣ ਹੁੰਦਾ ਸਾਨੂੰ ਗਾਲ ਕੱਢਣ ਵਾਲਾ। ਕਹਿੰਦਾ ਕੱਢ ਦਿੱਤੀ ਹੁਣ। ਕਈ ਦਿਨ ਉਹ ਫੜਿਆ ਨਾ ਗਿਆ, ਭੱਜ ਗਿਆ। ਸ਼ਿਕਾਇਤ ਲਾ ਦਿੱਤੀ ਮਹਾਰਾਜ ਕੋਲੇ ਵੀ ਮਹਾਰਾਜ ਤੁਹਾਡੇ ਸਿੱਖ ਨੇ ਆ ਸੁਥਰੇ ਨੇ ਸਾਨੂੰ ਗਾਲ ਕੱਢੀ ਆ। ਮਹਾਰਾਜ ਕਹਿੰਦੇ ਲਿਆਓ ਉਹਨੂੰ। ਕਈ ਦਿਨ ਤੇ ਕਾਬੂ ਨਾ ਆਇਆ। ਕਿੰਨੇ ਦਿਨਾਂ ਬਾਅਦ ਫਿਰ ਉਹਨੂੰ ਫੜਿਆ ਤੇ ਸਿੱਖ ਲੈ ਆਏ ਕੋਲੇ 4-5 ਜਾਣੇ। ਕਹਿੰਦੇ ਮਹਾਰਾਜ ਨੇ ਗਾਲ ਕੱਢੀ ਸਾਨੂੰ। ਕਹਿੰਦਾ ਮੈਂ ਤੇ ਕੱਢੀ ਨਹੀਂ, ਐਵੇਂ ਆਖੀ ਜਾਂਦੇ, ਮੈਂ ਕਿੱਥੇ ਕੱਢੀ। ਕਹਿੰਦੇ ਮਹਾਰਾਜ ਅਸੀਂ 4 ਜਾਣੇ ਝੂਠ ਥੋੜਾ ਬੋਲਦੇ ਆ, ਅਸੀਂ 4 ਜਾਣੇ ਆ, ਸਾਨੂੰ ਸਾਰੇ ਬੈਠਿਆਂ ਨੂੰ ਇੱਥੇ ਕੱਢ ਕੇ ਗਿਆ ਇਹ ਗਾਲ। ਕਹਿੰਦਾ ਮਹਾਰਾਜ ਦਸਮ ਪਾਤਸ਼ਾਹ ਇਹ ਤੁਹਾਡੇ ਸਿੱਖ ਨਹੀਂ, ਇਹ ਮੇਰੇ ਸਿੱਖ ਆ, ਮੇਰੇ ਸਿੱਖ। ਇਹ ਮੇਰੇ ਸਿੱਖ ਵਾ, ਤੁਹਾਡੇ ਸਿੱਖ ਥੋੜਾ। ਮਹਾਰਾਜ ਕਹਿੰਦੇ ਕਿਵੇਂ? ਕਹਿੰਦੇ ਇਹਨਾਂ ਨੂੰ ਪੁੱਛੋ ਵੀ ਜਦੋਂ ਮੈਂ ਗਾਲ ਕੱਢੀ ਸੀ ਉਦੋਂ ਕਿਹੜਾ ਸ਼ਬਦ ਚੱਲਦਾ ਸੀ ਕੀਰਤਨ ਦਾ, ਕਿਹੜਾ ਸ਼ਬਦ ਚੱਲਦਾ ਸੀ ਕੀਰਤਨ ਦਾ। ਮਹਾਰਾਜ ਕਹਿੰਦੇ ਦੱਸੋ ਭਾਈ, ਜਦੋਂ ਇਹਨੇ ਗਾਲ ਕੱਢੀ ਆ ਉਦੋਂ ਕਿਹੜਾ ਸ਼ਬਦ ਚੱਲਣ ਡਿਆ ਸੀ? ਇੱਕ ਦੂਜੇ ਨੂੰ ਪੁੱਛਣ, ਕਿਸੇ ਨੂੰ ਚੇਤਾ ਹੀ ਨਾ, ਜੇ ਸੁਣਿਆ ਹੋਵੇ ਤਾਂ ਪਤਾ ਹੋਵੇ। ਇਸੇ ਕਰਕੇ ਤੇ ਉਹਨੇ ਗਾਲ ਕੱਢੀ ਸੀ ਵੀ ਜੇ ਤੁਸੀਂ ਇੱਥੇ ਆ ਹੀ ਗਏ, ਜੇ ਕੀਰਤਨ ਸੁਣਨਾ ਨਹੀਂ, ਅੰਦਰ ਬਹਿ ਕੇ ਬਾਣੀ ਸੁਣਨੀ ਨਹੀਂ, ਤੇ ਫਿਰ ਬੈਠੇ ਕਿਉਂ ਜੀ? ਮਹਾਂਪੁਰਖ ਜੇ ਝਿੜਕ ਕੇ ਵੀ, ਦਬਕਾ ਮਾਰ ਕੇ ਵੀ ਕਿਸੇ ਨੂੰ ਸਮਝਾ ਦੇਣ, ਉਹਦੇ ਵਿੱਚ ਵੀ ਕਿਸੇ ਦਾ ਭਲਾ ਹੀ ਹੁੰਦਾ।
ਉਹਨਾਂ ਕਿਹਾ ਫਿਰ ਮਹਾਰਾਜ ਤੁਹਾਡੇ ਸਿੱਖ ਨਹੀਂ ਮੇਰੇ ਹੀ ਸਿੱਖ ਹੋਏ ਨਾ, ਮੇਰੀ ਕੱਢੀ ਗਾਲ ਇਹਨਾਂ ਨੂੰ ਅੱਜ ਤੀਕ ਨਹੀਂ ਭੁੱਲੀ, ਹਫਤਾ ਹੋ ਗਿਆ। ਤੁਹਾਡੇ ਕੀਰਤਨ ਦਾ ਸ਼ਬਦ ਇਹਨਾਂ ਨੂੰ ਯਾਦ ਹੀ ਨਹੀਂਗਾ, ਤੁਹਾਡਾ ਸ਼ਬਦ ਇਹਨਾਂ ਨੂੰ ਚੇਤੇ ਨਹੀਂ, ਮੇਰੀ ਗਾਲ ਚੇਤੇ। ਫਿਰ ਸਿੱਖ ਕਿਹਦੇ ਹੋਏ? ਸਿੱਖ ਤੇ ਮੇਰੇ ਹੋਏ ਨਾ, ਇਹ ਦਸਮ ਪਾਤਸ਼ਾਹ ਤੁਹਾਡੇ ਸਿੱਖ ਤਾਂ ਨਾ ਹੋਏ। ਫਿਰ ਉਹਨੇ ਆਖਿਆ ਮਹਾਰਾਜ ਮੈਂ ਕੱਢਣੀ ਤੇ ਨਹੀਂ ਸੀ ਗਾਲ, ਇਹ ਚੁੱਪ ਹੀ ਨਹੀਂ ਕਰਦੇ। ਮੈਂ 2-3 ਵਾਰੀ ਚੁੱਪ ਕਰਾਉਣ ਦਾ ਯਤਨ ਕੀਤਾ ਵੀ ਭਾਈ ਕੀਰਤਨ ਹੋ ਰਿਹਾ ਚੁੱਪ ਕਰੋ, ਤੇ ਫਿਰ ਮੈਂ ਇਹ ਢੰਗ ਵਰਤਿਆ ਵੀ ਇੰਜ ਚੁੱਪ ਕਰਨਗੇ, ਉਸ ਤਰ੍ਹਾਂ ਨਹੀਂ ਕਰਦੇ। ਉਹ ਇਸ ਤਰ੍ਹਾਂ ਦਾ ਮਜ਼ਾਕੀਏ ਲਹਿਜੇ ਦੇ ਨਾਲ ਕੋਈ ਨਾ ਕੋਈ ਕੌਤਕ ਕਰ ਦਿੰਦਾ ਸੀ ਤੇ ਸਮਝਾ ਜਾਂਦਾ ਸੀ। ਇੱਕ ਵਾਰੀ ਉਹ ਇੱਕ ਹਲਵਾਈ ਦੇ ਕੋਲੋਂ ਨਾ ਮਠਿਆਈ ਖਾਂਦਾ ਰਿਹਾ ਮਹੀਨਾ ਭਰ। ਉਹਨੂੰ ਕਹਿੰਦਾ ਇਕੱਠੇ ਪੈਸੇ ਦੇ ਦੂੰ ਤੈਨੂੰ, ਕੋਈ ਨਹੀਂ, ਅਨੰਦਪੁਰ ਸਾਹਿਬ ਦੇ ਵਿੱਚ ਦੁਕਾਨ ਤੋਂ। ਜਦੋਂ ਕਿੰਨੇ ਪੈਸੇ ਬਣ ਗਏ ਨਾ ਤੇ ਉਹਨੇ ਆਖਿਆ ਵੀ ਲਿਆ ਸੁਥਰਿਆ ਪੈਸੇ ਦੇ, ਹੁਣ ਤੇ ਤੇਰਾ ਬਿੱਲ ਬਹੁਤ ਬਣ ਗਿਆ। ਤੇ ਕਹਿੰਦਾ ਮੈਂ ਕਦੋਂ ਖਾਧੀ ਤੇਰੇ ਤੋਂ ਮਠਿਆਈ? ਉਹ ਮਹੀਨਾ ਖਾ ਕੇ ਜਲੇਬ, ਮਠਿਆਈਆਂ, ਪਕੌੜੇ, ਦੁੱਧ ਛਕ ਕੇ ਤੇ ਫਿਰ ਮੁੱਕਰ ਗਿਆ। ਉਹਨੇ ਹਲਵਾਈ ਨੇ ਆ ਕੇ ਤੇ ਦਸਮ ਪਾਤਸ਼ਾਹ ਕੋਲੇ ਸ਼ਿਕਾਇਤ ਕਰ ਦਿੱਤੀ, ਮਹਾਰਾਜ ਵੀ ਇਹੋ ਜਿਹੇ ਸਿੱਖ ਆ ਮਹੀਨਾ ਭਰ ਮਠਿਆਈ ਖਾਂਦਾ ਰਿਹਾ ਮੇਰੇ ਕੋਲੋਂ ਤੇ ਹੁਣ ਇੰਨੇ ਪੈਸੇ ਬਣ ਗਏ, ਪਹਿਲੋਂ ਕਹਿੰਦਾ ਇਕੱਠੇ ਦੇ ਦੂੰ ਤੇ ਹੁਣ ਦਿੰਦਾ ਨਹੀਂ। ਮਹਾਰਾਜ ਕਹਿੰਦੇ ਆਵਾਜ਼ ਮਾਰੋ। ਸੁਥਰੇ ਨੂੰ ਆਵਾਜ਼ ਮਾਰੀ, ਕਹਿੰਦਾ ਮਹਾਰਾਜ ਮੈਂ ਤਾਂ ਖਾਧੀ ਨਹੀਂ, ਐਵੇਂ ਝੂਠ ਬੋਲੀ ਜਾਂਦਾ। ਉਹ ਕਹਿੰਦਾ ਮਹਾਰਾਜ ਇੱਕ ਦਿਨ ਦਾ ਹਿਸਾਬ ਕਿਤਾਬ ਲਿਖ ਕੇ ਰੱਖਿਆ ਮੈਂ, ਇਹ ਰੋਜ਼ ਮਠਿਆਈ ਖਾਂਦਾ ਰਿਹਾ ਮੇਰੇ ਤੋਂ। ਕਹਿੰਦਾ ਸੁਥਰਿਆ ਕੀ ਗੱਲ? ਕਹਿੰਦਾ ਮਹਾਰਾਜ ਤੁਸੀਂ ਆਪ ਤੇ ਕਹਿੰਦੇ ਬਾਣੀ ਨੂੰ ਕਮਾਇਆ ਕਰੋ, ਮੈਂ ਤੇ ਗੁਰਬਾਣੀ ਨੂੰ ਕਮਾਉਣ ਦਾ ਯਤਨ ਕਰਦਾ। ਮਹਾਰਾਜ ਕਹਿੰਦੇ ਇਹ ਕੀ ਤਰੀਕਾ ਗੁਰਬਾਣੀ ਨੂੰ ਕਮਾਉਣ ਦਾ? ਮਹਾਰਾਜ ਤੁਸੀਂ ਕਹਿੰਦੇ ਹੋ ਗੁਰਬਾਣੀ ਨੂੰ ਮੰਨਿਆ ਕਰੋ, ਗੁਰਬਾਣੀ ਨੂੰ ਕਮਾਇਆ ਕਰੋ, ਤੇ ਮੈਂ ਤਾਂ ਗੁਰਬਾਣੀ ਨੂੰ ਮੰਨਣ ਦਾ ਯਤਨ ਕਰਦਾ। ਮਹਾਰਾਜ ਕਹਿੰਦੇ ਇਹ ਕਿਵੇਂ? ਕਹਿੰਦਾ ਮੈਂ ਇਹ ਪੰਕਤੀ ਮੰਨੀ ਆ, ਕੇਤੇ ਲੈ ਲੈ ਮੁੱਕਰ ਪਾਹੇ, ਵੀ ਕਿਤਨੇ ਜਿਹੜੇ ਆ ਉਹ ਲੈ ਲੈ ਕੇ ਮੁੱਕਰ ਜਾਂਦੇ। ਮੈਂ ਕਿਹਾ ਚੱਲ ਲੈ ਕੇ ਹੁਣ ਖਾ ਕੇ ਮੁੱਕਰ ਚ ਗਏ। ਗੁਰਬਾਣੀ ਕਹਿੰਦੀ, ਸਤਿਗੁਰੂ ਕਹਿੰਦੇ ਨਹੀਂ, ਇਹ ਇੱਕ ਪੰਕਤੀ ਦਾ ਅਰਥ ਨਹੀਂ ਹੁੰਦਾ ਸਪਸ਼ਟ, ਅਗਲੀ ਵੀ ਨਾਲ ਪੜ ਵੀ ਜਿਹੜੇ ਲੈ ਕੇ ਮੁੱਕਰ ਜਾਂਦੇ ਉਹਨਾਂ ਨੂੰ ਮੂਰਖ ਆਖਿਆ। ਜਿਹੜੇ ਕਿਸੇ ਦਾ ਕੋਈ ਪਦਾਰਥ ਲੈ ਕੇ ਖਾ ਕੇ ਮੁੱਕਰ ਜਾਂਦੇ ਆ ਉਹਨੂੰ ਮੂਰਖ ਆਖਿਆ ਵਾ। ਵੀ ਇਸ ਤਰ੍ਹਾਂ ਤੇ ਆਪਦੀ ਮਰਜ਼ੀ ਦੀ ਕੋਈ ਪੰਕਤੀ ਲੈ ਕੇ ਕੱਢ ਕੇ ਵਿੱਚੋਂ ਤੇ ਉਹ ਆਪਣਾ ਕੰਮ ਸਾਰ ਲਿਆ ਕਰੂ ਵੀ ਮੈਂ ਇਸ ਪੰਕਤੀ ਨੂੰ ਮੰਨਦਾ ਜੀ। ਸਤਿਗੁਰੂ ਕਹਿੰਦੇ ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਉਹ ਮੂਰਖ ਵਾ ਜਿਹੜੇ ਖਾਈ ਜਾਂਦੇ ਲੈ ਕੇ ਤੇ ਫਿਰ ਮੁੱਕਰ ਜਾਂਦੇ। ਮੁੱਕਰਨਾ ਨਹੀਂ ਚਾਹੀਦਾ। ਫਿਰ ਉਹਦੇ ਪੈਸੇ ਦਿੱਤੇ ਵਾਪਸ। ਇਹ ਵੀ ਜਾਣ ਬੁੱਝ ਕੇ ਉਹਨੇ ਕੌਤਕ ਕੀਤਾ ਸੀ। ਤੋ ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਮਨਮੁਖ ਜੀਵਾਂ ਦੀ ਐਸੀ ਹਾਲਤ ਹੈ, ਉਹ ਆਪਣੇ ਸਵਾਰਥ ਵਾਸਤੇ ਆ ਕੇ ਬੈਠਦੇ ਆ। ਉਂਝ ਜ਼ਿਆਦੀ ਗਿਣਤੀ ਸਵਾਰਥ ਦੀ ਹੈ ਸਾਧ ਸੰਗਤ ਜੀ ਸਾਡੀ ਸੰਸਾਰੀ ਜੀਵਾਂ ਦੀ। ਅਸੀਂ ਗੁਰੂ ਪਰਮੇਸ਼ਰ ਦੇ ਕੋਲੋਂ ਨਾਮ ਦੀ ਦਾਤ ਮੰਗਣ ਵਾਸਤੇ, ਸਿੱਖੀ ਮੰਗਣ ਵਾਸਤੇ, ਬ੍ਰਹਮ ਗਿਆਨ ਮੰਗਣ ਵਾਸਤੇ ਤਾਂ ਘੱਟ ਹੀ ਬੇਨਤੀ ਕਰਦੇ ਹਾਂ। ਪਦਾਰਥ ਮੰਗਣ ਵਾਸਤੇ, ਸਵਾਰਥ ਮੰਗਣ ਵਾਸਤੇ ਜ਼ਿਆਦਾ ਆਪਾਂ ਬੇਨਤੀਆਂ ਕਰਦੇ ਹਾਂ। ਇਹ ਨਹੀਂ ਵੀ ਗੁਰੂ ਦਰ ਦੇ ਉੱਤੋਂ ਪਦਾਰਥ ਨਹੀਂ ਮਿਲਦੇ, ਸੰਸਾਰੀ ਕਾਰਜ ਰਾਸ ਨਹੀਂ ਹੁੰਦੇ, ਸਾਰੇ ਕਾਰਜ ਰਾਸ ਕਰਦੇ ਮਹਾਰਾਜ ਸਾਹਿਬ। ਪਰ ਗੁਰੂ ਸਾਹਿਬ ਇਹ ਵੀ ਤਾਂ ਕਹਿੰਦੇ ਆ ਕਿ ਸਾਰੀ ਜ਼ਿੰਦਗੀ ਸੰਸਾਰੀ ਕਾਰਜ ਮੰਗਦੇ ਹੀ ਨਾ ਲੰਘ ਜਾਵੇ, ਜੋ ਮੰਗਣ ਵਾਸਤੇ ਆਏ ਆ ਉਹ ਵੀ ਮੰਗ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਸਾਹਿਬ ਰੋਜ਼ ਕਹਿੰਦੇ ਵੀ ਅਵਰ ਕਾਜ ਤੇਰਾ ਕਿਤੇ ਨਾ ਕਾਮ, ਪਰ ਅਸੀਂ ਅਵਰ ਕਾਜ ਹੀ ਮੰਗਦੇ ਹਾਂ। ਜੋ ਮੰਗਣ ਵਾਸਤੇ ਮਹਾਰਾਜ ਸਾਹਿਬ ਕਹਿੰਦੇ ਉਹ ਤਾਂ ਮੰਗਦੇ ਨੇ। ਨਾਮ ਦੀ ਦਾਤ, ਨਿਤਨੇਮ ਵਾਸਤੇ ਕੋਈ ਵਿਰਲਾ ਹੀ ਅਰਦਾਸ ਕਰਾਉਂਦਾ। ਸਵੇਰ ਤੋਂ ਸ਼ਾਮ ਤੀਕ ਅਰਦਾਸ ਕਰ ਕਰਕੇ ਅਰਦਾਸੀਏ ਥੱਕ ਤਾਂ ਜਾਂਦੇ ਆ, ਪਰ ਸ਼ਾਮ ਨੂੰ ਪੁੱਛਿਆ ਜਾਵੇ ਵੀ ਇਹ ਸਵੇਰ ਤੋਂ ਸ਼ਾਮ ਤੀਕ 5 ਬਾਣੀਆਂ ਦਾ ਨਿਤਨੇਮ ਦੀ ਅਰਦਾਸ ਕਿੰਨੀਆਂ ਕਰਾਈ ਹੈ? ਤੇ ਮੇਰੇ ਹਿਸਾਬ ਦੇ ਨਾਲ ਕੋਈ ਵਿਰਲਾ ਹੀ ਹੈ, 1-2 ਭਾਵੇਂ ਕਰਾਉਂਦੇ ਹੁਣ ਸਾਰੇ ਦਿਨ ਦੇ ਵਿੱਚ, ਨਹੀਂ ਤੇ ਨਹੀਂ ਕੋਈ ਕਰਾਉਂਦਾ ਹੈ। ਕੈਨੇਡਾ ਅਮਰੀਕਾ ਦੀਆਂ ਅਰਦਾਸਾਂ ਸੈਂਕੜਿਆਂ ਦੇ ਹਿਸਾਬ ਦੇ ਨਾਲ ਰੋਜ਼ ਹੁੰਦੀਆਂ। ਸਤਿਗੁਰੂ ਕਹਿੰਦੇ ਓਏ ਆਪਣੇ ਸੁਆਏ ਆਏ ਬਹਿ ਗੱਲਾਂ ਕਰ ਹੈ। ਉਹ ਆਪਣੇ ਸਵਾਰਥ ਵਾਸਤੇ ਹੀ ਆ ਕੇ ਬਹਿੰਦੇ ਸੰਗਤ ਦੇ ਵਿੱਚ। ਜੇ ਬਹਿ ਵੀ ਜਾਣ ਫਿਰ ਗੁਰੂ ਦੀ ਗੱਲ ਨਹੀਂ ਸੁਣਦੇ, ਆਪਣੀਆਂ ਗੱਲਾਂ ਹੀ ਕਰਦੇ ਹਨ। ਫਿਰ ਉਹਨਾਂ ਨੂੰ ਕੀ ਫਲ ਮਿਲੇਗਾ? ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣੀ ਨਹੀਂ, ਗੁਰੂ ਦਰ ਵਿੱਚ ਆ ਕੇ ਫਿਰ ਵੀ ਆਪਣੀਆਂ ਹੀ ਗੱਲਾਂ ਕੀਤੀਆਂ। ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਫਿਰ ਉਹਨਾਂ ਮਾਰੇ ਜਮ ਜੰਦਾ।
ਉਹਨਾਂ ਨੂੰ ਜੰਮ ਜਿਹੜਾ ਜੰਦਾਰ ਹੈ ਨਾ, ਜਿੰਦ ਦਾ ਅਰੀ, ਜਿੰਦ ਦਾ ਵੈਰੀ, ਜਿਹੜਾ ਜਿੰਦ ਨੂੰ ਕੱਢ ਕੇ ਲੈ ਕੇ ਜਾਣ ਵਾਲਾ, ਉਹ ਫਿਰ ਮਾਰ ਮਾਰੇਗਾ। ਜਮਾਂ ਦਾ ਡੰਡਾ ਉਹਨਾਂ ਦੇ ਸਿਰ ਵਿੱਚ ਵੱਜੇਗਾ, ਜਮਦੂਤਾਂ ਦੀ ਮਾਰ ਪਵੇਗੀ, ਧਰਮ ਰਾਜਾ ਉਹਨਾਂ ਨੂੰ ਮਾਰ ਪਾਵੇਗਾ। ਅੱਗੇ ਦਰਗਾਹ ਵਿੱਚ ਉਹ ਜਾਣਗੇ ਨਾ ਤੇ ਉਹਨਾਂ ਤੋਂ ਲੇਖਾ ਮੰਗਿਆ ਜਾਵੇਗਾ। ਕੀ ਗਏ ਸੀ ਤੁਸੀਂ ਮਨੁੱਖ ਬਣ ਕੇ, ਤੁਹਾਨੂੰ ਮਨੁੱਖ ਬਣਾ ਕੇ ਭੇਜਿਆ ਸੀ ਸੰਸਾਰ ਤੇ ਨਾਮ ਜਪਣਾ ਵਾਸਤੇ, ਤੇ ਕੀ ਕਰਦੇ ਰਹੇ ਜੇ? 4 ਪਹਿਰ ਧੰਦਿਆਂ ਵਿੱਚ ਗੁਜ਼ਾਰ ਦਿੱਤਾ, 4 ਪਹਿਰ ਸੌਂ ਕੇ ਗਵਾ ਦਿੱਤਾ, ਸਿਮਰਨ ਭਜਨ ਕੀਤਾ ਹੀ ਨਹੀਂ। ਅੱਗੇ ਲੇਖਾ ਮੰਗਿਆ ਜਾਵੇਗਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਕੱਢ ਕੇ ਲੇਖਾ ਲੈਣਾ ਰੱਬ ਨੇ, ਇੱਕ ਇੱਕ ਦਿਨ ਦਾ ਲੈਣਾ। ਜਾਂ ਇੱਕ ਦਿਨ ਵਿੱਚ ਕਿੰਨੀਆਂ ਚੁਗਲੀਆਂ ਕੀਤੀਆਂ, ਕਿੰਨੀ ਨਿੰਦਿਆ ਕੀਤੀ, ਕਿੰਨੀ ਈਰਖਾ ਕੀਤੀ, ਆ ਕਿੰਨਿਆਂ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਪਾਈਆਂ। ਤੂੰ ਇਹ ਕੁਝ ਕਰਨ ਵਾਸਤੇ ਗਿਆ ਸੀ ਵੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਿਆ ਤੇ ਬੁਰਾ ਕਿਉਂ ਕਰਦਾ ਰਿਹਾ? ਚਾਹੀਦਾ ਤੇ ਤੈਨੂੰ ਇਹ ਸੀ ਵੀ ਤੂੰ ਰੋਜ਼ ਕਹਿਣ ਵਾਲਾ ਏ, ਇਸ ਸਿਧਾਂਤ ਤੇ ਚੱਲਣ ਵਾਲਾ ਸੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਭਲਾ ਕਰਦਾ ਕਿਉਂ ਨਹੀਂ ਰਿਹਾ ਤੂੰ? ਘੱਟੋ ਘੱਟ ਬੁਰਾ ਹੀ ਨਾ ਕਿਸੇ ਦਾ ਕਰਦਾ ਜੇ ਭਲਾ ਨਹੀਂ ਸੀ ਕਰ ਸਕਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਰ ਤੂੰ ਆ ਬੁਰਿਆਈ ਕਰਦਾ ਰਿਹਾ, ਝੂਠ ਬੋਲਦਾ ਰਿਹਾ, ਆ ਉਗਣ ਕਰਦਾ ਰਿਹਾ। ਫਿਰ ਉਹ ਸਾਰਾ ਕੁਝ ਸਾਹਮਣੇ ਆਏ ਨਾ, ਕਿਉਂਕਿ ਵਹੀ ਜੋ ਖੋਲਣੀ ਹੈ ਤੇ ਵਹੀ ਉੱਤੇ ਸਾਰਾ ਕੁਝ ਲਿਖਿਆ ਹੋਇਆ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣੀ ਆਕੀਆ ਬਾਕੀ ਜਿਨਾ ਰਹੀ। ਨਾਨਕ ਜੀਓ ਪਾਏ ਕਹਿ ਲਿਖਣਾ ਆਵੇ, ਧਰਮ ਬਹਾਲਿਆ, ਉੱਥੇ ਸਾਰੇ ਨਾਵੇਂ ਲਿਖੇ ਹੋਏ ਆ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਚ ਜਮਾਲਿਆ। ਉੱਥੇ ਝੂਠ ਨਹੀਂ ਚੱਲਦਾ, ਵੱਡੀ ਨਹੀਂ ਚੱਲਦੀ। ਇੱਥੇ ਲੋਕ ਵੱਡੀ ਦੇ ਕਰਕੇ ਸੱਚੇ ਨੂੰ ਝੂਠਾ ਕਰ ਦਿੰਦੇ, ਝੂਠੇ ਨੂੰ ਸੱਚਾ ਕਰ ਦਿੰਦੇ। ਪਰ ਉੱਥੇ ਨਹੀਂ ਵੱਡੀ ਚੱਲਣੀ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਚ ਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ। ਤੇਰੇ ਨਾਏ ਰੱਤੇ ਸੇ ਜੇਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਫਰੀਦਾ 4 ਗਵਾਇਆ ਹੰਡ ਕੈ, 4 ਗਵਾਇਆ ਸਮ। ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ? ਰੱਬ ਨੇ ਲੇਖਾ ਮੰਗਣਾ, ਤੂੰ ਕਿਹੜੇ ਕੰਮ ਵਾਸਤੇ ਆਇਆ ਸੀ ਤੇ ਕਿਹੜੇ ਕੰਮ ਕਰਦਾ ਰਿਹਾ ਬੰਦਿਆ? ਅੱਗੇ ਦਰਗਾਹ ਲੇਖਾ ਮੰਗਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਮੱਕੇ ਪਹੁੰਚੇ ਸੀ ਨਾ, ਜੀਵਾਂ ਦੀ ਕਲਿਆਣ ਕਰਦਿਆਂ ਉਪਦੇਸ਼ ਬਖਸ਼ਿਆ, ਤੇ ਮਹਾਰਾਜ ਨੂੰ ਪੁੱਛਣ ਲੱਗੇ, ਕਾਜੀ ਮੌਲਵੀ ਇਕੱਠੇ ਹੋ ਕਰਕੇ ਪੁੱਛਣ, ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਕਹਿੰਦੇ ਦੱਸੋ, ਹਿੰਦੂ ਧਰਮ ਵੱਡਾ ਹੈ ਕਿ ਮੁਸਲਮਾਨ ਧਰਮ ਵੱਡਾ ਹੈ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਆਖਿਆ ਸ਼ੁਭ ਅਮਲਾ ਜਿਹਦੇ ਵਿੱਚ ਉਹੀ ਵੱਡਾ ਵਾ ਜਿਹੜਾ ਚੰਗੇ ਕੰਮ ਕਰਦਾ, ਪਰਮੇਸ਼ਰ ਦਾ ਸਿਮਰਨ ਕਰਦਾ। ਦੁਨੀਆ ਦੇ ਜਿੰਨੇ ਚੰਗੇ ਕੰਮ, ਉਹਨਾਂ ਸਾਰੇ ਚੰਗਾ ਕੰਮਾਂ ਨਾਲੋਂ ਸਤ ਸੰਗਤ ਸ੍ਰੇਸ਼ਟ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਕਹਿੰਦੇ ਅੱਗੇ ਲੇਖਾ ਮੰਗਿਆ ਜਾਣਾ, ਅੱਗੇ ਉਹੀ ਵੱਡੇ ਹੋਣਗੇ ਜਿਹੜੇ ਸ਼ੁਭ ਅਮਲ ਕਮਾਉਂਦੇ ਆ। ਨਹੀਂ ਤੇ ਇਸ ਤਰ੍ਹਾਂ ਪੀੜੇ ਜਾਣਗੇ, ਇਸ ਤਰ੍ਹਾਂ ਮਾਰ ਪਵੇਗੀ। ਜਿਵੇਂ ਕੋਲੂ ਦੇ ਵਿੱਚ ਦੀ ਤਿਲ ਪੀੜੇ ਜਾਂਦੇ, ਤੇਲ ਕੱਢਿਆ ਜਾਂਦਾ। ਜਿਵੇਂ ਪਿੰਜੇ ਦੇ ਵਿੱਚ ਦੀ ਕਬਾਹ ਪਿੰਜ ਦਿੱਤੀ ਜਾਂਦੀ ਹੈ, ਜਿਵੇਂ ਵੇਲਣੇ ਦੇ ਵਿੱਚ ਦੀ ਕਮਾਦ ਪੀੜ ਦਿੱਤਾ ਜਾਂਦਾ, ਇਸ ਤਰ੍ਹਾਂ ਪੀੜੇ ਜਾਣਗੇ ਅਗਲੇ ਪਾਸੇ ਜਾ ਕੇ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹ। ਕਮਾਦਾ ਯਾਰ ਕਾਗਦਾ ਕੁੰਨੇ ਕੋਏ ਲਿਆ, ਮੰਦੇ ਅਮਲ ਕਰੇਂਦੇ ਆ ਇਹ ਸਜਾਏ ਤਿਨਾ। ਅੱਗੇ ਦਰਗਾਹ ਲੇਖਾ ਮੰਗਿਆ। ਅੱਗੇ ਦਰਗਾਹ 'ਚ ਜਦੋਂ ਲੇਖਾ ਮੰਗਿਆ ਜਾਵੇਗਾ, ਮਾਰ ਕੁਆਰ ਕੀਚਹਿ ਕੂੜਿਆਰ। ਜੋ ਕੂੜਿਆਰ ਹੈ ਨਾ, ਝੂਠੇ ਆ, ਉਹਨਾਂ ਨੂੰ ਉੱਥੇ ਮਾਰ ਪਵੇਗੀ। ਮਾਰ ਕੇ ਖੁਆਰ ਕੀਤਾ ਜਾਵੇਗਾ, ਉਹਨਾਂ ਦੀ ਬੇਪਤੀ ਕੀਤੀ ਜਾਵੇਗੀ, ਉਹਨਾਂ ਦੀ ਖੁਆਰੀ ਹੋਵੇਗੀ ਉੱਥੇ। ਇਹ ਕੂੜੇ ਕੀ ਮਾਲ ਕਿਉਂ ਉਤਰੈ। ਇਹ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੀ ਬੇਨਤੀ ਆ, ਜੋ ਇਹ ਕੂੜੇ ਝੂਠੇ ਜਿਹੜੇ ਵਕਾਰ, ਝੂਠੇ ਪਦਾਰਥ,
ਇਹਨਾਂ ਦੀ ਮੈਲ ਜੋ ਅੰਦਰ ਲੱਗਦੀ ਹੈ, ਇਹ ਵਕਾਰੇ, ਇਹਨਾਂ ਵਕਾਰਾਂ ਦੀ ਝੂਠੀ ਮੈਲ ਕਿਵੇਂ ਉਤਰੇ? ਕੋਈ ਕੱਢਹੁ ਇਹੋ ਵਿਚਾਰ। ਤੇ ਸਤਿਗੁਰੂ ਕਹਿੰਦੇ ਭਾਈ ਕੋਈ ਇਹਦੀ ਵਿਚਾਰ ਕੱਢੋ, ਕੋਈ ਇਸ ਵਿਚਾਰ ਨੂੰ ਕੱਢਣਾ ਕਰੋ, ਵਿਚਾਰ ਨੂੰ ਪ੍ਰਾਪਤ ਕਰਨਾ ਕਰੋ। ਸਤਿਗੁਰ ਮਿਲੈ ਤਾ ਨਾਮ ਦਿੜਾਏ। ਫਿਰ ਆਪ ਹੀ ਦੱਸਦੇ ਹਨ ਗੁਰਸਿੱਖਾਂ ਆਖਿਆ, ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਦੱਸੋ ਕਿ ਇਹ ਝੂਠੇ ਵਕਾਰਾਂ ਦੀ ਜਿਹੜੀ ਮੈਲ ਹੈ ਕਿਵੇਂ ਉਤਰੇ, ਝੂਠੇ ਪਦਾਰਥਾਂ ਦੇ ਮੋਹ ਦੀ ਮੈਲ ਕਿਵੇਂ ਉਤਰੇ? ਤੇ ਗਰੀਬ ਨਵਾਜ ਕਹਿੰਦੇ ਸਤਿਗੁਰ ਮਿਲੈ ਤਾਂ ਨਾਮ ਦਿੜਾਏ। ਸੱਚੇ ਗੁਰੂ ਜੀ ਦਾ ਮਿਲਾਪ ਹੋਵੇ ਤੇ ਸੱਚੇ ਗੁਰੂ ਜੀ ਜਦੋਂ ਜੀਵ ਨੂੰ ਨਾਮ ਦ੍ਰਿੜ ਕਰਾ ਦੇਣ, ਇਹੀ ਤਰੀਕਾ ਹੈ ਮੈਲ ਦੇ ਉਤਰਨ ਦਾ, ਇਹੀ ਤਰੀਕਾ ਹੈ ਸਚਿਆਰ ਹੋਣ ਦਾ, ਕੂੜਿਆਰ ਤੋਂ ਸਚਿਆਰ ਬਣਨ ਦਾ, ਝੂਠੇ ਤੋਂ ਸੱਚਾ ਹੋਣ ਦਾ ਇਹ ਤਰੀਕਾ ਹੈ। ਇਹ ਤਰੀਕਾ ਹੈ ਵੀ ਸਤਿਗੁਰੂ ਜੀ ਦੀ ਸ਼ਰਨ ਪੈ ਜਾਵੇ ਜੀਵ, ਤੇ ਸੱਚੇ ਗੁਰੂ ਜੀ ਫਿਰ ਇਸ ਜੀਵ ਨੂੰ ਨਾਮ ਦੇ ਦੇਣ, ਨਾਮ ਦੀ ਦਾਤ ਦੇ ਦੇਣ, ਨਾਮ ਪ੍ਰਪੱਕ ਕਰਾ ਦੇਣ। ਸਭ ਕਿਲ ਵੇਖ ਕਟਣ ਹਾਰ। ਇਹ ਭਾਈ ਸਤਿਗੁਰੂ ਜੀ ਦਾ ਦਿੱਤਾ ਹੋਇਆ ਨਾਮ ਹੀ ਸਾਰੇ ਕਿਲ ਵੇਖ ਕਹੀਏ ਜਿਹੜੇ ਬੱਜਰ ਪਾਪ, ਪੱਕੇ ਪਾਪ, ਸਾਰੇ ਪਾਪਾਂ ਨੂੰ ਕੱਟਣ ਹਾਰ ਨਾਮ ਹੀ ਹੈ। ਨਾਮ ਜਨਮਾਂ ਜਨਮਾਤਰਾ ਦੇ ਪਾਪ ਕੱਟ ਦਿੰਦਾ ਹੈ। ਜਦੋਂ ਕੋਈ ਗੁਰੂ ਕੀ ਸ਼ਰਨ ਵਿੱਚ ਪੈ ਕੇ ਨਾਮ ਦੀ ਦਾਤ ਲੈ ਕੇ ਨਾਮ ਦਾ ਅਭਿਆਸ ਕਰਦਾ ਹੈ ਤਾਂ ਫਿਰ ਮਹਾਰਾਜ ਕਹਿੰਦੇ ਘੋਰ ਦੁਖਿਅੰ ਅਨਕ ਹਤਿਅੰ ਜਨਮਦਾ ਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਅਗਨੀ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕਰਕੇ ਜਦੋਂ ਸਿੱਖ ਜਪਦਾ ਹੈ, ਉਹਦੇ ਜਨਮਾਂ ਜਨਮਾਤਰਾਂ ਦੇ ਪਾਪ ਸੜ ਜਾਂਦੇ ਆ, ਪਾਪ ਕੱਟੇ ਜਾਂਦੇ ਆ। ਫਿਰ ਕਿੰਨੀ ਵੀ ਪੱਕੀ ਮੈਲ ਹੈ, ਨਾਮ ਰੂਪੀ ਸਾਬਣ ਧੋ ਕੇ ਕੱਢ ਦਿੰਦਾ ਹੈ ਮੈਲ ਨੂੰ। ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖ ਇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ। ਅੰਦਰਲੀ ਮੈਲ ਨੂੰ ਧੋਣ ਵਾਲਾ ਨਾਮ ਹੀ ਸਾਬਣ ਹੈ। ਨਾਮ ਹੀ ਇੱਕ ਐਸੀ ਇਹ ਚਿਣਗ ਹੈ ਜੋ ਪਾਪਾਂ ਰੂਪੀ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰਨ ਵਾਲੀ ਹੈ। ਈਦਨ ਅਧਿਕ ਸਕੇਲੀਐ ਭਾਈ ਪਾਵਕ ਰੰਚਕ ਪਾਏ ਖਿਨ ਪਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਨ ਸੁਭਾਏ। ਜਿਨ੍ਹਾਂ ਜਿਨ੍ਹਾਂ ਦੇ ਹਿਰਦੇ 'ਚ ਨਾਮ ਜਪਿਆ, ਭਾਵੇਂ ਕਿਸੇ ਨੇ ਪੁੱਤਰ ਦੇ ਬਹਾਨੇ ਨਾਲ ਜਪਿਆ, ਕਿਸੇ ਨੇ ਪੰਛੀ ਦੀ ਸੰਗਤ ਕਰਕੇ ਜਪਿਆ, ਉਹ ਪਵਿੱਤਰ ਹੋ ਗਏ। ਆਜਾਮਲ ਨੇ ਪੁੱਤਰ ਦੇ ਬਹਾਨੇ ਨਾਲ ਨਾਮ ਜਪਿਆ। ਮਹਾਂਪੁਰਖਾਂ ਨੇ ਹੋਣ ਵਾਲੇ ਪੁੱਤਰ ਦਾ ਨਾਮ, ਜਿਹੜਾ 7ਵਾਂ ਬੱਚਾ ਹੋਣ ਵਾਲਾ ਸੀ ਘਰ ਵਿੱਚ ਨਾ, ਉਹਦਾ ਨਾਮ ਨਰੈਣ ਰਖਾਇਆ। ਜਦੋਂ ਹੋਇਆ ਤੇ ਨਰੈਣ ਨਰੈਣ ਉਹਨੂੰ ਆਵਾਜ਼ਾਂ ਮਾਰਦਾ, ਫਿਰ ਨਾਰਾਇਣ ਨਾਰਾਇਣ ਕਰਦਿਆਂ ਪਰਮੇਸ਼ਰ ਨਾਲ ਸੁਰਤ ਜੁੜ ਗਈ। ਉਹ ਅਸਲ ਨਾਰਾਇਣ ਨੂੰ ਜਪਿਆ ਤੇ ਮਹਾਰਾਜ ਚੌਥੇ ਪਾਤਸ਼ਾਹ ਦਾ ਬਚਨ ਹੈ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਤੇ ਵੇਸਵਾ ਗਣਕਾ ਨੂੰ ਉਹ ਮਹਾਂਪੁਰਖ ਤੋਤਾ ਦੇ ਗਏ ਪੰਛੀ, ਤੇ ਗਣਕਾ ਉਧਰੀ ਹਰ ਕਹੈ ਤੋਤ। ਉਹ ਗਣਕਾ ਦਾ ਉਧਾਰ ਹੋ ਗਿਆ, ਪਰਮੇਸ਼ਰ ਦਾ ਨਾਮ ਕਿਹਾ ਤੋਤੇ ਦੀ ਸੰਗਤ ਨਾਲ। ਕਈ ਕਹਿੰਦੇ ਨਾ ਤੋਤਾ ਰਟਣਾ ਜੀ, ਨਾਮ ਜਪਣਾ ਤੇ ਤੋਤਾ ਰਟਣ, ਵੀ ਜਿਵੇਂ ਤੋਤਾ ਵਾਰ-ਵਾਰ ਬੋਲੀ ਜਾਂਦਾ, ਕਹਿੰਦੇ ਉਹਨੂੰ ਕਿਹੜੀ ਸਮਝ ਹੁੰਦੀ ਹੈ, ਵਾਰ-ਵਾਰ ਬੋਲੀ ਜਾਂਦਾ ਨਾ, ਇਹ ਤਾਂ ਤੋਤਾ ਰਟਣ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੋਈ ਤੋਤੇ ਦੀ ਸੰਗਤ ਕਰਕੇ ਵੀ ਜਿਹਨੇ ਰਟਨ ਕੀਤਾ ਉਹਦਾ ਵੀ ਪਾਰ ਉਤਾਰਾ ਹੋ ਗਿਆ। ਕਰੋ ਤੇ ਸਹੀ ਰਟਨ, ਰਟਨ ਤੇ ਹੁੰਦਾ ਹੀ ਨਹੀਂਗਾ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਹੋ ਮਨ ਤਨ ਤਰਪੀਐ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪੰਕਤੀ ਆਈ ਹੈ ਵੀ ਗਣਕਾ ਉਧਰੇ ਹਰ ਕਹਿ ਤੋਤ। ਗਣਕਾ ਦਾ ਉਧਾਰ ਹੋ ਗਿਆ, ਵੇਸਵਾ ਦਾ ਉਧਾਰ ਹੋ ਗਿਆ ਜਦੋਂ ਉਹਨੇ ਹਰੀ ਆਖਿਆ। ਆਖਿਆ ਕਿਵੇਂ? ਤੋਤ, ਤੋਤੇ ਦੀ ਸੰਗਤ ਕਰਕੇ। ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਪ੍ਰਸੰਗ ਵਰਣਨ ਕੀਤਾ 10ਵੀਂ ਵਾਰ ਦੇ ਵਿੱਚ ਵੀ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ ਹੱਥੋਂ ਤਿਸਨੂੰ ਦਿੱਤੋ ਉਸ ਤੋਤਾ। ਤੇ ਉਹਨੂੰ ਨਾਮ ਜਪਾਉਂਦੀ ਜਪਾਉਂਦੀ ਜੀਵਨ ਪਵਿੱਤਰ ਹੋ ਗਿਆ ਤੇ ਬੈਕੁੰਠ ਧਾਮ ਨੂੰ ਚਲੇ ਗਏ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹੇ ਸਿਮਰਤ ਗਣਕਾ ਸੀ ਉਧਰੇ
ਤਾਕੋ ਜਾਸਿਉਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਹੈ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਤ ਗਜ ਗ੍ਰਾਹਾ ਤੇ ਛੂਟਾ। ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਨੀ ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ। ਮਹਾਰਾਜ ਕਹਿੰਦੇ ਮਨਮੁਖ ਦਾ ਵੀ ਉਧਾਰ ਹੋ ਸਕਦਾ ਹੈ, ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਪਵੇ, ਸਤਿਗੁਰੂ ਜੀ ਉਸ ਨੂੰ ਨਾਮ ਦ੍ਰਿੜ ਕਰਾ ਦੇਣ, ਫਿਰ ਉਹ ਨਾਮ ਨੂੰ ਜਪਣ ਲੱਗ ਪਵੇ, ਫਿਰ ਨਾਮ ਸਾਰੇ ਪਾਪਾਂ ਨੂੰ ਕੱਟਣ ਹਾਰ ਹੈ, ਸਾਰੇ ਪਾਪ ਕੱਟ ਦਿੰਦਾ ਹੈ। ਨਾਮ ਜਪੇ ਨਾਮੋ ਆਰਾਧੇ। ਜਿਹੜਾ ਜੀਵ ਨਾਮ ਜਪਦਾ ਹੈ ਰਸਨਾ ਦੇ ਨਾਲ, ਜੋ ਨਾਮ ਦੀ ਆਰਾਧਨਾ ਕਰਦਾ ਹੈ ਹਿਰਦੇ ਦੇ ਦੁਆਰਾ, ਮਨ ਦੁਆਰਾ ਵੀ ਨਾਮ ਨੂੰ ਆਰਾਧਦਾ ਹੈ। ਇਸ ਜਨ ਕੋ ਕਰਹੁ ਸਭ ਨਮਸਕਾਰ। ਮਹਾਰਾਜ ਕਹਿੰਦੇ ਜਿਹੜਾ ਅੰਦਰੋਂ ਬਾਹਰੋਂ ਨਾਮ ਨਾਲ ਜੁੜਿਆ ਹੋਇਆ ਨਾ, ਰਸਨਾ ਤੇ ਵੀ ਜਿਹਦੇ ਨਾਮ, ਹਿਰਦੇ ਵਿੱਚ ਵੀ ਨਾਮ ਦੇ ਨਾਲ ਪ੍ਰੇਮ ਹੈ, ਉਸ ਜਨ ਨੂੰ ਤੇ ਮਹਾਰਾਜ ਕਹਿੰਦੇ ਸਾਰੇ ਜਾਣੇ ਨਮਸਕਾਰ ਕਰੋ ਭਾਈ। ਉਹ ਤੇ ਪੂਜਣ ਯੋਗ ਹੈ, ਉਹ ਤੇ ਨਮਸਕਾਰ ਕਰਨ ਦੇ ਯੋਗ ਹੈ। ਉਹਦੇ ਤੇ ਚਰਨਾਂ ਦੀ ਧੂੜੀ ਲੈਣੀ ਚਾਹੀਦੀ ਹੈ। ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀਗਤ ਪਾਹੇ। ਉਹ ਤੇ ਭਾਗਾਂ ਵਾਲਾ ਹੈ ਜਿਹੜਾ ਨਾਮ ਨਾਲ ਅੰਦਰੋਂ ਬਾਹਰੋਂ ਜੁੜਿਆ ਹੋਇਆ, ਉਸ ਨੂੰ ਤਾਂ ਨਮਸਕਾਰ ਕਰੀਏ, ਉਹਦੇ ਤੋਂ ਤਾਂ ਸਦਕੇ ਜਾਈਏ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ। ਤਿਨਾ ਕੈ ਲੈਨ ਜੋ ਤੇਰਾ ਨਾਉ। ਕੁਰਬਾਨੇ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ। ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਓ। ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਓ। ਇਹ ਬਚਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆ। ਸਤਿਗੁਰੂ ਪਹਿਲੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਆ ਕਿ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਈਏ ਵਾਹਿਗੁਰੂ ਜਿਹੜੇ ਤੇਰਾ ਨਾਮ ਲੈਂਦੇ ਆ, ਜਿਹੜੇ ਤੇਰਾ ਨਾਮ ਜਪਦੇ ਆ। ਤੀਜੇ ਪਾਤਸ਼ਾਹ ਕਹਿੰਦੇ ਨਾਮ ਜਪੇ ਨਾਮੋ ਆਰਾਧੇ ਤਿਸ ਜਨ ਕੋ ਕਰੋ ਸਭ ਨਮਸਕਾਰ। ਐਸੇ ਜਨ ਨੂੰ ਤਾਂ ਸਾਰੇ ਨਮਸਕਾਰ ਕਰੋ ਭਾਈ। ਭਗਤ ਕਬੀਰ ਸਾਹਿਬ ਜੀ ਨੂੰ ਨਮਸਕਾਰਾਂ ਹੋਈਆਂ, ਭਗਤ ਨਾਮਦੇਵ ਸਾਹਿਬ ਜੀ ਨੂੰ ਹੋਈਆਂ, ਭਗਤ ਰਵਿਦਾਸ ਸਾਹਿਬ ਜੀ ਨੂੰ ਲੋਕ ਨੀਵੀਂ ਜਾਤੀ ਵਾਲਾ ਕਹਿੰਦੇ ਸੀ, ਨਮਸਕਾਰਾਂ ਹੋਈਆਂ। ਭਗਤ ਸੈਣ ਜੀ ਨੂੰ, ਭਗਤ ਧੰਨਾ ਜੀ ਨੂੰ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਕੋਈ ਵੀ ਕਿੰਨੇ ਮਰਜ਼ੀ ਯਤਨ ਕਰੇ ਮੇਟ ਨਹੀਂ ਸਕਿਆ ਉਹਨਾਂ ਦੀ ਸੋਭਾ ਨੂੰ, ਜਿਹੜੇ ਨਾਮ ਨਾਲ ਜੁੜੇ। ਉਹਨਾਂ ਦੀ ਸੋਭਾ ਤੇ ਬੇਅੰਤ ਹੀ ਬੇਅੰਤ ਹੈ, ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਣਹਿ ਤੇਤਾ ਬਖਿਆਨ ਹੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, साध की उपमा रही भारपूर। साध की शोभा का नाही अंत, साध की शोभा सदा बेअंत। साध की शोभा ऊंचते ऊंची, साध की शोभा मूचते मूची। साध की शोभा साध बन आई, नानक साध प्रभ भेद ना भाई। आख्या उन्हां विच परमेश्वर विच, साधुआं विच, संतां भगतां विच, गुरमुख प्यारियां दे विच ते रब विच फर्क ही कोई नहीं है। जिन्ना न विसरै नाम से कनेहिया, भेद ना जानहु मूल साईं जेहिया। उन्हां नूं नमस्कारां होईयां। नीच जात हर जपतियां, उत्तम पदवी पाए। पूछो बिदर दासी सुतै, किसन उतरिया घर जिस जाए। हर की अकथ कथा सुनो जन भाई, जित सहसा दूख भूख सब लह जाए। रविदास जमारी उस्तत करे, हर कीर्त निमख एक गाए। पतत जात उत्तम भया, चार वर्ण पए पग आए। चारे वर्णा दे लोक ही भगत रविदास साहब दे चरनी आ पए। नाम दी बरकत
ਪਤਤ ਜਾਤਿ ਉਤਮ ਭਇਆ, ਚਾਰ ਵਰਨ ਪਏ ਪਗ ਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਟੇ, ਹਰ ਨਾਮ ਦੇ ਉਹ ਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ ਤਿਨ ਤਿਲਕ ਕਢਾਏ। ਜਨ ਨਾਨਕ ਤਿਨ ਕਉ ਅਣ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਨਮਸਕਾਰ ਕਰਨੀ ਚਾਹੀਦੀ ਹੈ। ਮਾਲ ਕੂੜੀ ਨਾਮ ਉਤਾਰੀਨ। ਇਹ ਭਾਈ ਜਿਨ੍ਹਾਂ ਨੇ ਨਾਮੀ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਹਨਾਂ ਦੇ ਮਨ ਦੀ ਜਿਹੜੀ ਕੂੜੀ, ਇਹ ਝੂਠੀ ਮੈਲ ਹੈ ਨਾ, ਝੂਠੇ ਪਦਾਰਥਾਂ ਦੀ ਮਲ ਮੈਲ ਹੈ, ਉਹ ਨਾਮ ਨੇ ਉਤਾਰ ਦਿੱਤੀ ਹੈ। ਨਾਮ ਹੋਆ ਸਤਿਆਰ। ਜਿਸ ਜੀਵ ਨੇ ਨਾਮ ਨੂੰ ਜਪਿਆ, ਉਹ ਜਪ ਕੇ ਸਚਿਆਰ ਹੋ ਗਿਆ। ਪਹਿਲੋਂ ਜਦੋਂ ਨਾਮ ਨੂੰ ਛੱਡਿਆ ਸੀ ਕੂੜਿਆਰ ਸੀ, ਝੂਠ ਦੇ ਵਿੱਚ ਗਲਤਾਨ ਸੀ। ਜਦੋਂ ਨਾਮ ਜਪਣ ਲੱਗ ਪਿਆ, ਫਿਰ ਕੂੜਿਆਰ ਤੋਂ ਸਚਿਆਰ ਬਣ ਗਿਆ। ਜਨ ਨਾਨਕ ਜਿਸ ਦੇ ਏਸ ਚਲਤ ਹੈ। ਸਚਿਆਰ ਦਾ ਭਾਵ ਹੈ ਸੱਚ ਦੀ ਪ੍ਰਾਪਤੀ ਵਾਲਾ ਬਣ ਗਿਆ। ਸੱਚਾ ਹੈ ਪਰਮੇਸ਼ਰ, ਉਹਦੇ ਨਾਲ ਮਿਲ ਗਿਆ, ਸੱਚ ਦੀ ਪ੍ਰਾਪਤੀ ਵਾਲਾ ਸਚਿਆਰ ਬਣ ਗਿਆ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਨ ਨਾਨਕ ਮਹਾਰਾਜ ਨਿਮਰਤਾ ਪੂਰਵਕ ਕਹਿੰਦੇ ਹਨ, ਦਾਸਾ ਭਾਵ ਧਾਰ ਕੇ, ਜਿਸ ਦੇ ਇਹ ਚਲਤ ਹੈ, ਜਿਸ ਵਾਹਿਗੁਰੂ ਜੀ ਦੇ ਇਹ ਰਚੇ ਹੋਏ ਚਲਤ ਕੌਤਕ ਹਨ। ਉਹ ਜੀਵੋ ਬੇਗੁਣਹਾਰ। ਮਹਾਰਾਜ ਕਹਿੰਦੇ ਉਹ ਜਿਉਂਦਾ ਹੈ ਸਦਾ ਵਾਸਤੇ, ਜੋ ਸਾਰੀਆਂ ਦਾਤਾਂ ਦੇਣ ਵਾਲਾ, ਸਾਰੀਆਂ ਬਖਸ਼ਿਸ਼ਾਂ ਦੇਣ ਵਾਲਾ ਹੈ। ਪੌੜੀ ਵਿੱਚ ਤੀਜੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਜੀਵਨ ਦਾਤਾ ਨਾਹੇ। ਮਹਾਰਾਜ ਕਹਿੰਦੇ ਹੈ ਪ੍ਰਭੂ, ਤੇਰੇ ਜਿੱਡਾ ਵੱਡਾ ਦਾਤਾ ਨਹੀਂ ਹੋਰ ਕੋਈ, ਸਭ ਤੋਂ ਵੱਡਾ ਦਾਤਾ ਤੂੰ ਹੀ ਹੈ। ਪੱਥਰਾਂ ਵਿੱਚ ਵੀ ਦੇ ਰਿਹਾ ਹੈ ਜੀਵਾਂ ਨੂੰ ਰੋਜੀ ਰੋਟੀ। ਜਨਮ ਤੋਂ ਪਹਿਲਾਂ ਵੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਏ, ਉੱਥੇ ਵੀ ਪਾਲਣਾ ਕਰ ਰਿਹਾ। ਸੈਲ ਪੱਥਰ ਮਹਿ ਜੰਤਿਉ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਜੀਵ ਬਾਅਦ ਵਿੱਚ ਪੱਥਰ 'ਚ ਪੈਦਾ ਕੀਤਾ, ਰਿਜਕ ਉਹਦਾ ਪਹਿਲਾਂ ਉੱਥੇ ਰੱਖਿਆ। ਬੱਚੇ ਨੂੰ ਜਨਮ ਬਾਅਦ ਵਿੱਚ ਦਿੱਤਾ, ਮਾਤਾ ਦੇ ਕੋਲੇ ਦੁੱਧ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ। ਰਿਜਕ ਪਹਿਲਾਂ ਪੈਦਾ ਕਰਦਾ ਹੈ, 84 ਲੱਖ ਜੂਨਾਂ ਨੂੰ ਬਾਅਦ ਵਿੱਚ ਪੈਦਾ ਕਰਦਾ ਹੈ। ਜੀਵ ਤੇ ਐਵੇਂ ਚਿੰਤਾ ਚੁੱਕੀ ਫਿਰਦਾ। ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮਹਿ ਜੰਤਿ ਉਪਾਇਨ, ਤਿਨਾ ਪੇ ਰੋਜੀ ਦੇ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ। ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਵਿੱਚ ਉਪਾਏ ਸਾਇਰਾ, ਤਿਨਾ ਪੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਤੁਧ ਜੇਵਟ ਦਾਤਾ ਨਾ ਹੈ। ਤੇਰੇ ਜਿੱਡਾ ਵੱਡਾ ਦਾਤਾ ਕੋਈ ਹੋਰ ਨਹੀਂ ਹੈ। ਤੂੰ ਸਭ ਤੋਂ ਵੱਡਾ ਦਾਤਾ ਹੈ, ਇੱਕੋ ਹੀ ਦਾਤਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਾਕੀ ਤੇ ਸਾਰੇ ਭਿਖਾਰੀ ਆ। ਭਿਖਾਰੀ ਇਕੱਲੇ ਉਹ ਨਹੀਂ ਜਿਹੜੇ ਸੜਕ ਤੇ ਮੰਗਦੇ ਫਿਰਦੇ। ਮਾਰੇ ਕਹਿੰਦੇ ਸਾਰਾ ਸੰਸਾਰ ਹੀ ਭਿਖਾਰੀ, ਸਾਰੇ ਹੀ ਮੰਗੀ ਜਾਂਦੇ, ਦਿਨੇ ਵੀ ਮੰਗੀ ਜਾਂਦੇ, ਸੁੱਤੇ ਪਏ ਵੀ ਮੰਗੀ ਜਾਂਦੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤ ਇਹ, ਪੂਰਨ ਹੋਵੈ ਕਾਮ। ਮਾਰੇ ਕਹਿੰਦੇ ਫਿਰ ਭਿਖਾਰੀਆਂ ਤੋਂ ਕਾਹਤੋਂ ਮੰਗਣਾ, ਤੂੰ ਦਾਤੇ ਤੋਂ ਮੰਗਿਆ ਕਰ। ਬਾਕੀ ਸਾਰੇ ਸ੍ਰਿਸ਼ਟੀ ਭਿਖਾਰੀ ਹੈ। ਦਾਤਾ ਇੱਕੋ ਹੀ ਹੈ, ਦੱਦਾ ਦਾਤਾ ਏਕ ਹੈ, ਸਭ ਕਉ ਦੇਵਨ ਹਾਰ। ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਜਿਹਦੇ ਭੰਡਾਰੇ ਕਦੇ ਖਾਲੀ ਤਾਂ ਕੀ ਹੋਣੇ, ਕੂਣੇ ਵੀ ਨਹੀਂ ਹੁੰਦੇ। ਅਗਣਤ ਭੰਡਾਰੇ ਭਰੇ ਆ। ਇਹ ਵਾਹਿਗੁਰੂ ਤੇਰੇ ਜਿੱਡਾ ਵੱਡਾ ਦਾਤਾ ਹੋਰ ਕੋਈ ਨਹੀਂ ਹੈ। ਇਸ ਆਪ ਸੁਣਾਈਏ ਆਪਣੀ ਵੇਦਨ, ਆਪਣੀ ਮੰਗ ਕਿਹਦੇ ਅੱਗੇ ਆਖ ਕੇ ਸੁਣਾਈਏ ਤੇਰੇ ਤੋਂ ਬਿਨਾ। ਤੇ ਇੱਥੋਂ ਹੀ ਸਭ ਕੁਝ ਮੰਗਣਾ ਹੈ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ। ਤੁਸੀਂ ਹੀ ਦੂਧ ਪੂਤ ਕੇ ਦਵਈਆ ਹੋ, ਹੋਰ ਕੋਈ ਆਪ ਜਿੱਡਾ ਵੱਡਾ ਦਾਤਾ ਨਹੀਂ ਹੈ। ਪ੍ਰਸਾਦੀ ਪਾਏ। ਜਿਸ ਵੇਲੇ ਗੁਰੂ ਕੇ ਪ੍ਰਸਾਦੀ ਕਿਰਪਾ ਪ੍ਰਾਪਤ ਹੁੰਦੀ ਹੈ, ਤੇ ਫਿਰ ਮਹਾਰਾਜ ਕਹਿੰਦੇ ਦਾਤ ਮਿਲਦੀ ਹੈ। ਹਉਮੈ ਜਾਈਏ। ਜਿੱਥੋਂ ਭਾਈ ਹਉਮੈ ਚਲੇ ਜਾਵੇ, ਉੱਥੇ ਫਿਰ ਗੁਰੂ ਕੀ ਕਿਰਪਾ ਵਰਤਦੀ ਹੈ। ਅਥਵਾ ਗੁਰੂ ਕੀ ਕਿਰਪਾ ਦੇ ਨਾਲ ਹਉਮੈ ਦੀ ਨਿਵਰਤੀ ਹੁੰਦੀ ਹੈ, ਤੇ ਨਾਮ ਦੀ ਦਾਤ ਪਾਈ ਜਾਂਦੀ ਹੈ। ਰਸ ਕਸ ਸਾਦਾ ਬਾਹਰ। ਉਹ ਪਰਮੇਸ਼ਰ ਰਸਾਂ ਕਸਾਂ ਤੇ ਸਵਾਦਾਂ ਤੋਂ ਬਾਹਰ ਹੈ, ਰਹਿਤ ਹੈ। ਰਸ ਜਿਵੇਂ ਛੇ ਰਸ, ਉਹਨਾਂ ਦੇ ਅੱਗੇ 36 ਪ੍ਰਕਾਰ ਦੇ ਪਦਾਰਥ। ਕਸ ਜਿਹੜੇ ਆ ਜਿਵੇਂ ਉਹ ਇਸੇ ਤਰ੍ਹਾਂ ਕੱਢੇ ਜਾਂਦੇ ਵਿੱਚੋਂ ਕਸ। ਸੋ ਜਿਵੇਂ ਜੂਸ ਆਦਿਕ ਕੱਢਿਆ ਜਾਂਦਾ, ਤੇ ਰਸ ਕਸ
ਤੇ ਸਾਦਾ ਸਵਾਦ ਹੋਰ ਅਨੇਕ ਪ੍ਰਕਾਰ ਦੇ ਜੋ ਹਨ, ਇਹਨਾਂ ਤੋਂ ਬਾਹਰਾ ਹੈ ਪਰਮੇਸ਼ਰ। ਕੀ ਵਡਿਆਈ ਹੈ ਇਹ ਪ੍ਰਭੂ ਸੱਚੀ ਵਡਿਆਈ ਹੈ ਤੇਰੀ, ਤੂੰ ਸੱਚੀ ਵਡਿਆਈ ਦਾ ਮਾਲਕ ਹੈ। ਜਿਸ ਨੂੰ ਬਖਸ਼ੈ ਤਿਸ ਦੇ, ਤੇ ਜਿਸ ਉਤੇ ਬਖਸ਼ਿਸ਼ ਕਰਦੇ ਹੋ, ਜਿਹਦੇ ਗੁਨਾਹ ਬਖਸ਼ ਦਿੰਦੇ ਹੋ, ਉਸ ਨੂੰ ਮਹਾਰਾਜ ਸਾਹਿਬ ਆਪ ਨਾਮ ਦੀ ਦਾਤ ਦਿੰਦੇ ਹੋ। ਆਪ ਲੈ ਮਿਲਾਈ ਹੈ, ਆਪ ਹੀ ਕਿਰਪਾ ਕਰਕੇ ਆਪਣੇ ਨਾਲ, ਆਪਣੀ ਸੰਗਤ ਨਾਲ, ਆਪਣੀ ਸਿੱਖਿਆ ਨਾਲ, ਆਪਣੇ ਉਪਦੇਸ਼ ਨਾਲ ਮਿਲਾ ਲੈਂਦੇ ਹੋ। ਸਾਡੇ ਅੰਦਰ ਅੰਮ੍ਰਿਤ ਰੱਖਿਓ ਸਾਰਿਆਂ ਸਰੀਰਾਂ ਦੇ ਅੰਦਰ, ਸਾਰਿਆਂ ਹਿਰਦਿਆਂ ਦੇ ਅੰਦਰ ਤੁਸੀਂ ਨਾਮ ਅੰਮ੍ਰਿਤ ਰੱਖਿਆ ਹੋਇਆ ਹੈ। ਕੋਈ ਵੀ ਸਰੀਰ ਨਾਮ ਅੰਮ੍ਰਿਤ ਤੋਂ ਖਾਲੀ ਨਹੀਂ ਹੈ। ਗੁਰਮੁਖ ਕਿਸੇ ਪਿਆਰੇ, ਪਰ ਪਿਆਉਂਦੇ ਸਾਰਿਆਂ ਨੂੰ ਨਹੀਂ ਹੋ। ਕਿਸੇ ਗੁਰਮੁਖ ਨੂੰ ਉਹ ਅੰਮ੍ਰਿਤ ਪਿਆਉਂਦੇ ਹੋ, ਰੱਖਿਆ ਸਾਰਿਆਂ ਦੇ ਅੰਦਰ ਹੋਇਆ ਹੈ। ਪਰ ਕਿਸੇ ਗੁਰਮੁਖ ਨੂੰ ਜਿਹੜਾ ਗੁਰੂ ਕੀ ਸ਼ਰਨ ਵਿੱਚ ਪੈਂਦਾ ਹੈ, ਗੁਰੂ ਕੀ ਸਿੱਖੀ ਧਾਰਨ ਕਰਦਾ ਹੈ, ਉਸ ਕਿਸੇ ਵਿਰਲੇ ਗੁਰਮੁਖ ਨੂੰ ਨਾਮ ਅੰਮ੍ਰਿਤ ਪਿਆਉਂਦੇ ਹੋ। ਰੱਖਿਆ ਤੇ ਸਭ ਦੇ ਅੰਦਰ ਹੋਇਆ ਹੈ। ਨੌਨੇ ਤੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹੇਸ਼ ਕਾ ਵਿਸਰਾਮ। ਵਾਹੋ ਵਾਹੋ ਸੱਚੇ ਪਾਤਸ਼ਾਹ। ਜਿਸ ਕਿਸੇ ਗੁਰਮੁਖ ਨੂੰ ਨਾਮ ਅੰਮ੍ਰਿਤ ਪਿਆ ਦਿੰਦੇ ਹੋ, ਨਾਮ ਦਾ ਪਿਆਲਾ ਜੈ ਬਖਸ਼ੇ ਤੈ ਦੇ, ਜਿਹਨੂੰ ਦੇ ਦਿੰਦੇ ਹੋ, ਤੇ ਫਿਰ ਉਹ ਕਹਿੰਦਾ ਹੈ ਕਿ ਧੰਨ ਹੈ ਸੱਚੇ ਪਾਤਸ਼ਾਹ। ਅਸਚਰਜ ਹੈ, ਵਿਸਮਾਦ ਹੈ ਤੂੰ ਸੱਚੇ ਪਾਤਸ਼ਾਹ। ਤੂੰ ਸੱਚੀ ਨਾਈ, ਤੂੰ ਸੱਚੀ ਮਹਿਮਾ ਦਾ ਮਾਲਕ ਹੈ, ਤੂੰ ਸੱਚੀ ਵਡਿਆਈ ਦਾ ਮਾਲਕ ਹੈ। ਤੂੰ ਆਪ ਵੀ ਸੱਚਾ ਹੈ ਤੇ ਤੇਰੀ ਵਡਿਆਈ ਵੀ ਸੱਚੀ ਹੈ। ਇਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। 9ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਤੁਹਾਡੇ ਅੰਦਰ ਅੰਮ੍ਰਿਤ ਰੱਖੇ ਓਨ ਗੁਰਮੁਖ ਕਿਸੈ ਪਿਆਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੇ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।